ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਦੋਹਰਾ ਇਤਕ ਬਰਖ ਲਖ ਰਾਮ ਕਰ ਸੰਗ ਭਾਂਤ ਭਾਂਤ ਕਰ ਮੋਚ ਅਨੰਗ ਸਮਾ ਪਾਏ ਪੂਰਬਲੀ ਤ੍ਰਿਹੇ ਭੋਗਨ ਕਰੀ ਲਾਇ ਨਿਜਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਗਰੇ ਦੇ ਇਲਾਕੇ ਵਿੱਚ ਪਹੁੰਚੇ, ਬਹਾਦਰ ਸ਼ਾਹ ਨੂੰ ਮਿਲੇ। ਕੁਝ ਸਮਾਂ ਉਸ ਨੂੰ ਮਿਲ ਕੇ ਤੇ ਉੱਥੋਂ ਅੱਗੇ ਚਾਲੇ ਪਾਉਂਦੇ ਹਨ। ਚਲਦੇ ਚਲਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰੇ ਦੇ ਬਾਹਰ ਇੱਕ ਬਾਗ ਵਿੱਚ ਉਤਰਦੇ ਹਨ। ਉੱਥੇ ਇੱਕ ਨੌਨਿਧ ਨਾਮ ਦਾ ਖੱਤਰੀ ਜਿਹੜਾ ਹੈ ਉਹ ਸਤਿਗੁਰਾਂ ਦੇ ਕੋਲ ਆਉਂਦਾ ਹੈ ਅਤੇ ਸਤਿਗੁਰਾਂ ਦੇ ਨਾਲ ਮਿਲਣ ਤੋਂ ਬਾਅਦ ਨਮਸਕਾਰ ਕਰਨ ਤੋਂ ਬਾਅਦ ਬਚਨ ਬਿਲਾਸ ਕਰਦਾ ਅਤੇ ਕਹਿੰਦਾ ਵੀ ਤੁਸੀਂ ਸਿੱਖਾਂ ਦੇ ਕੇਸ ਕਿਉਂ ਰਖਵਾਏ ਆ। ਅਤੇ ਪਾਤਸ਼ਾਹ ਕਹਿੰਦੇ ਇਹ ਤਾਂ ਪੁਰਾਤਨ ਰੀਤ ਹੈ, ਤੂੰ ਤਾਂ ਖੱਤਰੀ ਹੈ, ਵੇਦ ਗ੍ਰੰਥ ਪੜ੍ਹੇ ਹੋਣਗੇ, ਦੇਖ ਸਾਰੇ ਰਿਸ਼ੀਆਂ ਮੁਨੀ ਜਟਾ ਜੂਟ ਸਨ, ਸਭ ਦੇ ਜੂੜੇ ਹੁੰਦੇ ਸਨ, ਦਾੜੇ ਹੁੰਦੇ ਸਨ। ਅਸੀਂ ਕੋਈ ਨਵੀਂ ਰੀਤ ਥੋੜ੍ਹਾ ਚਲਾਈ, ਅਸੀਂ ਤਾਂ ਪੁਰਾਤਨ ਰੀਤ ਨੂੰ ਜਿਹੜਾ ਹੈ ਪ੍ਰਗਟ ਕੀਤਾ। ਇਹ ਤਾਂ ਮੁਸਲਮਾਨ ਵੀ ਰੱਖਦੇ ਸੀ ਅਤੇ ਹਿੰਦੂ ਵੀ ਰੱਖਦੇ ਸੀ ਪਹਿਲਾਂ। ਅਤੇ ਮਾਹਰ ਫਿਰ ਇਕੱਠੇ ਕਿਉਂ? ਮੁਸਲਮਾਨਾਂ ਵਿੱਚ ਰੀਤ ਸੁਨਤ ਦੀ ਕੇਸ ਕੱਟਣ ਦੀ ਕਿਉਂ ਚੱਲੀ? ਅਤੇ ਕੱਲ੍ਹ ਆਪਾਂ ਸਰਵਣ ਕੀਤਾ ਵੀ ਇਹਨਾਂ ਦਾ ਇੱਕ ਪੈਗੰਬਰ ਹੋਇਆ ਇਬਰਾਹੀਮ ਖਲੀਲ ਪੈਗੰਬਰ। ਹੁਣ ਇਸ ਨੇ ਕੀ ਕੀਤਾ, ਇਹਦੀ ਸ਼ਾਦੀ ਹੋਈ ਸੀ, ਪਰ ਇਸ ਨੂੰ ਕੋਈ ਹੋਰ ਸੁਨੱਖੀ ਸੁੰਦਰ ਇਸਤਰੀ ਮਿਲ ਗਈ ਮੁਸਲਮਾਨ ਮਤ ਦੀ, ਔਰ ਉਸ ਨੂੰ ਕਹਿਣ ਲੱਗਿਆ ਮੇਰੇ ਨਾਲ ਸ਼ਾਦੀ ਕਰਵਾਓ। ਕਹਿਣ ਲੱਗੇ ਬਿਲਕੁਲ ਨਹੀਂ, ਤੇਰੀ ਸ਼ਾਦੀ ਹੋਈ ਵੀ ਹੈ, ਮੈਂ ਨਹੀਂ ਕਰਾ ਸਕਦੀ। ਪਰ ਉਸ ਦੇ ਦਿਲੋਂ ਦਿਮਾਗ 'ਤੇ ਅਸਰ ਹੋ ਗਿਆ ਉਸ ਇਸਤਰੀ ਦੇ ਸੁੰਦਰਤਾ ਦਾ। ਇਹ ਦਿਨ ਰਾਤ ਸੌਂਦਾ ਜਾਗਦਾ ਉਹਨੂੰ ਯਾਦ ਕਰਦਾ ਰਹਿੰਦਾ, ਅਤੇ ਇਸ ਨੇ ਦੁਬਾਰਾ ਫਿਰ ਉਸ ਨੂੰ ਕਿਹਾ। ਉਹ ਕਹਿੰਦੀ ਇੱਕ ਬਚਨ 'ਤੇ ਮੈਂ ਗੱਲ ਕਰ ਸਕਦੀ ਹਾਂ ਵੀ ਤੂੰ ਮੇਰੇ ਨਾਲ ਸ਼ਾਦੀ ਕਰਾਵੇਂਗਾ ਤਾਂ ਕਿਸੇ ਹੋਰ ਨੂੰ ਟੱਚ ਨਹੀਂ ਕਰਨਾ, ਅਤੇ ਪਹਿਲੀ ਇਸਤਰੀ ਨੂੰ ਤਲਾਕ ਦੇਣਾ ਪੈਣਾ। ਉਹਨੇ ਤੁਰੰਤ ਹੀ ਪਹਿਲੀ ਇਸਤਰੀ ਨੂੰ ਤਲਾਕ ਦੇ ਦਿੱਤਾ ਅਤੇ ਇਹਦੇ ਨਾਲ ਸ਼ਾਦੀ ਕਰਵਾ ਲਈ। ਕਈ ਸਾਲ ਇਹਨਾਂ ਦੀ ਸ਼ਾਦੀ ਨਿਭਦੀ ਰਹੀ, ਚੱਲਦੀ ਰਹੀ।
ਪਰ ਮਨੁੱਖ 'ਤੇ ਇਹਨਾਂ ਪੰਜਾਂ ਵਿਕਾਰਾਂ ਦਾ ਅਸਰ ਪਤਾ ਨਹੀਂ ਕਦੋਂ ਹੋ ਜਾਵੇ। ਸਤਿਗੁਰੂ ਬਚਾ ਕੇ ਰੱਖੇ। ਇਸ ਨੂੰ ਕਿਤੇ ਉਹ ਪੁਰਾਣੀ ਇਸਤਰੀ ਫਿਰ ਮਿਲ ਗਈ ਅਤੇ ਉਸ ਦੇ ਨਾਲ ਇਸ ਨੇ ਘਾਤ ਪਾਏ, ਦਾ ਲਾ ਕੇ ਚੋਰੀਓਂ ਆਪਣੀ ਜਿਹੜੀ ਹੁਣ ਪਤਨੀ ਬਣਾਈ ਹੋਈ ਹੈ ਉਸ ਤੋਂ ਚੋਰੀਓਂ ਇਸ ਨੇ ਉਸ ਇਸਤਰੀ ਨਾਲ ਵੀ ਸੰਪਰਕ ਕਰ ਲਿਆ ਅਤੇ ਇਹਨੂੰ ਪਤਾ ਲੱਗ ਗਿਆ। ਹੁਣ ਪਾਤਸ਼ਾਹ ਦੱਸ ਦਿਆ ਮੁਸਲਮਾਨੀ ਮੱਤ ਵਿੱਚ ਸਿਰ ਦੇ ਕੇਸ ਕੱਟਣੇ, ਦਾੜੀ ਰੱਖਣੀ, ਸੁੰਨਤ ਕਰਨੀ, ਇਹ ਕਿਉਂ ਚੱਲੀ ਆ। ਤਾਂ ਜਿਸ ਵੇਲੇ ਉਸਨੇ ਇਹ ਕੰਮ ਕੀਤਾ ਅਤੇ ਉਹਦੀ ਘਰਵਾਲੀ ਨੂੰ ਪਤਾ ਲੱਗਿਆ ਅਤੇ ਉਹ ਕਹਿਣ ਲੱਗੀ ਆਪਾਂ ਵਚਨ ਕੀਤਾ ਸੀਗਾ, ਇੱਕ ਸ਼ਰ੍ਹਾ ਕੀਤੀ ਸੀ ਵੀ ਨਾ ਤੂੰ ਕਿਸੇ ਵੱਲ ਝਾਕੇਂਗਾ ਨਾ ਮੈਂ ਕਿਸੇ ਵੱਲ ਝਾਕੂੰਗੀ। ਵੈਸੇ ਗੁਰੂ ਸਾਹਿਬ ਦਾ ਵੀ ਵਚਨ ਹੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ। ਵੇਖ ਪਰਾਈਆਂ ਚੰਗੀਆਂ ਭੈਣਾਂ ਮਾਵਾਂ ਧੀਆਂ ਜਾਣਾ। ਬੀਬੀ ਸਹੀ ਰਸਤੇ ਚੱਲ ਰਹੀ ਹੈ ਪਰ ਜਿਹੜਾ ਉਹਨਾਂ ਦਾ ਪੈਗੰਬਰ ਹੋਇਆ ਇਬਰਾਹਿਮ ਖਲੀਲ ਇਹ ਗਲਤ ਚੱਲ ਗਿਆ। ਉਹ ਕਹਿਣ ਲੱਗੀ ਹੁਣ ਇਹਦੇ ਵੱਟੇ ਸਜ਼ਾ ਤੈਨੂੰ ਮਿਲੂਗੀ ਆ, ਕਿਉਂਕਿ ਆਪਾਂ ਸ਼ਰ੍ਹਾ ਭਾਵ ਇਹ ਵਾਅਦੇ ਕੀਤੇ ਆ, ਤੂੰ ਵਾਅਦਾ ਤੋੜਿਆ। ਉਹ ਸ਼ਰ੍ਹਾ ਕਹਿੰਦੇ ਆਪਣੇ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਆ ਵਾਅਦਾ ਤੋੜਨਾ। ਅਤੇ ਕਹਿਣ ਲੱਗੇ ਵੀ ਹੁਣ ਇਹ ਵਿਚਾਰ ਆਪਾਂ ਕੱਲ੍ਹ ਸਰਵਣ ਕਰ ਰਹੇ ਸੀ, ਆਓ ਦੇਖਦੇ ਹਾਂ ਉਸ ਰਾਜੇ ਨੂੰ, ਉਸ ਇਬਰਾਹਿਮ ਖਲੀਲ ਨੂੰ ਕੀ ਸਜ਼ਾ ਦਿੱਤੀ। ਅਤੇ ਸੱਚ ਜਾਣਿਓ ਵੱਡੇ ਬੰਦਿਆਂ ਨੂੰ ਜੇ ਕੋਈ ਸਜ਼ਾ ਦਿੱਤੀ ਜਾਂਦੀ ਹੈ ਨਾ, ਉਹ ਆਪਣੀ ਸਜ਼ਾ ਨੂੰ ਛੁਪਾਉਣ ਵਾਸਤੇ ਆਮ ਜਨਤਾ ਵਿੱਚ ਉਸ ਨੂੰ ਚਾਲੂ ਕਰਵਾ ਦਿੰਦਾ ਹੈ ਤਾਂ ਕਿ ਪਤਾ ਹੀ ਨਾ ਲੱਗੇ ਵੀ ਇਹ ਗੱਲ ਚੱਲੀ ਕਿੱਥੋਂ ਸੀ। ਆਪ ਦਾ ਪਰਦਾ ਪਾਉਣ ਵਾਸਤੇ, ਆਪ ਦਾ ਭੇਦ ਛੁਪਾਉਣ ਵਾਸਤੇ ਇਹ ਉਹ ਕੰਮ ਸਾਰੀ ਜਨਤਾ 'ਚ ਕਰ, ਕਿਉਂਕਿ ਰਾਜਾ ਹੁੰਦਾ ਅਤੇ ਇਹ ਪੈਗੰਬਰ ਵੀ ਸੀਗਾ ਉਸ ਸਮੇਂ ਦਾ। ਤਾਂ ਇਸ ਨੇ ਫਿਰ ਇਹ ਗੱਲ ਸਾਰੀ ਮੁਸਲਮਾਨ ਉਮਤ ਵਿੱਚ ਚਲਾ ਦਿੱਤੀ ਵੀ ਸਾਰੇ ਸੁਨਤ ਕਰਾਉਣਗੇ। ਅਸਲ ਵਿੱਚ ਪਹਿਲਾਂ ਇਹਨੂੰ ਸਜ਼ਾ ਦਿੱਤੀ ਗਈ ਸੀ। ਆਓ ਦੇਖਦੇ ਹਾਂ ਉਹ ਬੀਬੀ ਜੋ ਇਸ ਨੇ ਦੁਬਾਰਾ ਵਿਆਹ ਕਰਵਾਇਆ ਸੀ ਉਹ ਇਸ ਨੂੰ ਕੀ ਸਜ਼ਾ ਦੇਣ ਦਾ ਹੁਕਮ ਦਿੰਦੀ ਆ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕਿਤਕ ਬਰਖ ਲਗ ਰਾਮ ਕਰ ਸੰਗ, ਭਾਂਤ ਭਾਂਤ ਕਰ ਮੋਚ ਅਨੰਗ। ਤੋਂ ਕਈ ਸਾਲ ਇਹਨਾਂ ਦੀ ਸ਼ਾਦੀ ਵਧੀਆ ਨਿਭਦੀ ਰਹੀ ਅਤੇ ਵਿਸ਼ੇ ਵਿਕਾਰੀ ਮਨੁੱਖ ਜਿਹੜਾ ਕਈ ਵਾਰੀ ਅੱਕ ਜਾਂਦਾ, ਨਿੱਤ ਨਵੇਂ ਸਵਾਦ ਭਾਲਦਾ, ਨਵੀਆਂ ਸਬਜ਼ੀਆਂ ਨਵੀਆਂ ਮਠਿਆਈਆਂ ਭਾਲਦਾ। ਇਹ ਵੀ ਕਈ ਸਾਲ ਇਸ ਤਰ੍ਹਾਂ ਕਰਨ ਤੋਂ ਬਾਅਦ ਜਿਹੜਾ ਹੈ ਅੱਕ ਗਿਆ। ਔਰ ਸਮਾ ਪਾਏ ਬੂਰਬਲੀ ਤ੍ਰਿਹੇ, ਭੋਗਨ ਕਰੀ ਲਾਏ ਨਿਜ ਹੀ। ਤੋਂ ਪੁਰਾਣੀ ਇਸਤਰੀ ਜਿਸ ਨੂੰ ਤਲਾਕ ਦਿੱਤਾ ਸੀ ਕਿਤੇ ਉਹ ਇਸ ਨੂੰ ਮਿਲ ਗਈ ਅਤੇ ਇਸ ਨੇ ਉਹਦੇ ਨਾਲ ਫਿਰ ਸੰਪਰਕ ਕਰ ਲਿਆ। ਸੁਤ ਕੋ ਪਾਏ ਕ੍ਰੋਧ ਕਰ ਕਹਿਓ, ਐਤ ਸ਼ਿਕਸ਼ਤ ਕੀਨ ਜਬ ਲਹਿਓ। ਅਤੇ ਜਦੋਂ ਉਹ ਜਿਹੜੀ ਹੁਣ ਇਹਦੇ ਘਰ ਵਾਲੀ ਹੈ ਬੀਬੀ, ਉਹਨੂੰ ਪਤਾ ਲੱਗਿਆ, ਉਹਨੇ ਗੁੱਸਾ ਕੀਤਾ, ਕਹਿਣ ਲੱਗੀ ਤੂੰ ਵਾਅਦਾ ਤੋੜਿਆ ਹੈ, ਤੂੰ ਮੈਨੂੰ ਛੱਡ ਕੇ ਉਸ ਦੂਸਰੀ ਇਸਤਰੀ ਕੋਲ ਕਿਉਂ ਗਿਆ। ਸ਼ਰਾ ਅਦੂਲ ਭੂਲ ਜੋ ਤਰੈ, ਕਹੋ ਪੈਗੰਬਰ ਸੋ ਕਿਆ ਕਰੈ। ਹਾਂ ਅਤੇ ਫਿਰ ਗੱਲ ਚੱਲੀ। ਕਹਿਣ ਲੱਗੇ ਜੇ ਭਲਾ ਕੋਈ ਆਪਣਾ ਕੀਤਾ ਹੋਇਆ ਵਾਅਦਾ ਤੋੜਦਾ, ਹੁਕਮ ਅਦੂਲੀ ਕਰਦਾ ਸ਼ਰ੍ਹਾ ਦੀ, ਦੱਸੋ ਪੈਗੰਬਰ ਫਿਰ ਉਹਨੂੰ ਕੀ ਸਜ਼ਾ ਦਿੱਤੀ ਜਾਵੇ। ਇਬਰਾਹੀਮ ਕਹਿਓ ਬਿਦ ਜੋਏ, ਉਚੁੱਤ ਸਜਾਏ ਦੀਨ ਕੋ ਸੋਏ। ਗੱਲ ਤਾਂ ਉਹਨੇ ਬਾਹਰ ਚਲਾਈ। ਬੀਬੀ ਪਹਿਲਾਂ ਪੁੱਛਦੀ ਆ ਉਸ ਨੂੰ, ਪੈਗੰਬਰ ਨੂੰ, ਇਬਰਾਹੀਮ ਖਲੀਲ ਨੂੰ, ਬਈ ਜੇ ਕੋਈ ਹੁਕਮ ਅਦੂਲੀ ਕਰੇ, ਸ਼ਰ੍ਹਾ ਤੋੜੇ, ਉਹਨੂੰ ਕੀ ਸਜ਼ਾ ਦੇਵੇ। ਇਹ ਕਹਿੰਦਾ ਦੇਣੀ ਚਾਹੀਦੀ ਆ। ਇਹਨੂੰ ਇਹ ਨਹੀਂ ਬਸ ਵੀ ਗੱਲ ਮੇਰੀ ਕਰ ਰਹੀ ਹੈ ਇਹ। ਉਹ ਕਹਿੰਦੀ ਜੇ ਕੋਈ ਵਾਅਦਾ ਤੋੜੇ, ਸ਼ਰ੍ਹਾ ਤੋੜੇ, ਹੁਕਮ ਅਦੂਲੀ ਕਰੇ, ਉਹਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ। ਤਾਂ ਇਬਰਾਹੀਮ ਕਹਿਣ ਲੱਗਿਆ ਜਿਹੜੀ ਵਿਧੀ ਹੈ ਉਸ ਅਨੁਸਾਰ ਉਚਿਤ ਸਜ਼ਾ ਦੇਣੀ ਚਾਹੀਦੀ ਹੈ। ਸ਼ਰ੍ਹਾ ਅਦੂਲ ਭੂਲ ਕਹਿ ਜਾਨ, ਬਿਨਾ ਸਜਾਏ ਨਪਾਕ ਪਛਾਨ। ਜਿੰਨਾ ਚਿਰ ਸ਼ਰ੍ਹਾ ਅਦੂਲੀ ਦੀ ਭੁੱਲ ਨੂੰ ਜਾਣ ਲਵੇ ਤੇ ਫਿਰ ਵੀ ਸਜ਼ਾ ਬਗੈਰ ਰਹੇ ਤਾਂ ਉਸ ਨੂੰ ਨਪਾਕ ਪਛਾਣੋ, ਗੰਦਾ ਪਛਾਣੋ, ਭਾਵ ਉਸ ਨੂੰ ਆਪਣੀ ਸਜ਼ਾ ਭੋਗਣੀ ਚਾਹੀਦੀ ਆ। ਘਾਤ ਪਾਏ ਤ੍ਰੈ ਤਬੇ ਸੁਨਾਈ, ਸ਼ਰ੍ਹਾ ਅਦੂਲੀ ਤੁਮੋ ਕਮਾਈ। ਤੇ ਜਦੋਂ ਇਸ ਨੂੰ ਸਾਰੀਆਂ ਗੱਲਾਂ ਇਹਦੇ ਮੂੰਹ ਚੋਂ ਕਹਾ ਲਈਆਂ ਨਾ, ਘਾਤ ਪਾਏ, ਫਿਰ ਜਦੋਂ ਸਮਾਂ ਬਣਿਆ ਕਹਿੰਦੀ ਫਿਰ ਇਹ ਗਲਤੀ ਤੂੰ ਕੀਤੀ ਆ। ਕਹੋ ਸਤਿਨਾਮ, ਇਹ ਗਲਤੀ ਤੇਰੀ ਆ, ਮੈਂ ਤੈਨੂੰ ਸਜ਼ਾ ਦੇਣੀ ਆ। ਹੁਣ ਦੱਸ ਹੁਣ ਕੀ ਕਰਾਂ। ਦਈ ਤਲਾਕ ਰਮੀ ਸੋ ਫੇਰ, ਉਚੁੱਤ ਸਜਾਏ ਆਪ ਕੋ ਹੀਰ। ਜਿਸ ਇਸਤਰੀ ਨੂੰ ਤੂੰ ਤਲਾਕ ਦਿੱਤਾ ਹੋਇਆ ਸੀ ਤੂੰ ਉਸ ਦੇ ਕੋਲ ਕਿਉਂ ਗਿਆ, ਉਹਦੇ ਨਾਲ ਕਿਉਂ ਸੰਪਰਕ ਕੀਤਾ।
ਹੁਣ ਤੂੰ ਸਜ਼ਾ ਦਾ ਹੱਕਦਾਰ ਹੈ। ਸੁਨ ਬੀਵੀ ਕੇ ਬਾਕਬੂਲ ਕਹਿਓ ਪੈਗੰਬਰ ਕਰੀ ਕਬੂਲ। ਹੁਣ ਫਸਾ ਲਿਆ ਉਸ ਨੂੰ ਪਹਿਲਾਂ ਗੱਲਾਂ ਦੇ ਨਾਲ, ਸਾਰੀਆਂ ਗੱਲਾਂ ਕਹਾਣੀਆਂ, ਤੇ ਮੁੜ ਕੇ ਕਹਿਣ ਲੱਗਿਆ ਵੀ ਦੱਸ ਹੁਣ। ਉਹ ਕਹਿਣ ਲੱਗਿਆ ਵੀ ਠੀਕ ਆ, ਮੈਨੂੰ ਕਬੂਲ ਹੈ, ਜਿਵੇਂ ਸਜ਼ਾ ਬਣਦੀ ਹੈ ਦੇ ਦੇ। ਜਿਮ ਚਾਹਤ ਤਿਮ ਕੀਜੇ ਪਿਆਰੀ ਮੈਂ ਸਦੀਵ ਤੇਰੇ ਅਨਸਾਰੀ। ਕਹਿੰਦਾ ਮੈਂ ਹਮੇਸ਼ਾ ਤੇਰੇ ਅਨੁਸਾਰ ਹਾਂ, ਠੀਕ ਹੈ, ਜੇ ਮੈਥੋਂ ਇਹ ਗਲਤੀ ਹੋਈ ਹੈ ਤਾਂ ਸਜ਼ਾ ਦੇ ਦਿਓ। ਸੁਣ ਤ੍ਰੈ ਕਹੇ ਅੰਗ ਜੋ ਲਾਏ ਦੇਹੋ ਕਟਾਏ ਚੁੱਤ ਸਜਾਏ। ਤੇ ਉਹ ਕਹਿਣ ਲੱਗੀ ਫਿਰ ਤੂੰ ਸੰਪਰਕ ਕਰਦੇ ਆ, ਜੋ ਆਪਣੇ ਹੱਥ ਮੁੱਖ ਸਰੀਰ ਆਦਿ ਉਹਦੇ ਨਾਲ ਟੱਚ ਕੀਤਾ ਉਹ ਸਾਰਾ ਵੱਢਿਆ ਜਾਵੇਗਾ, ਕੱਟਿਆ ਜਾਵੇਗਾ। ਕਰ ਤਲਾਕ ਪੁਨ ਤਿਸ ਤੈ ਭੋਗ ਜਾਤੇ ਕਸ਼ਟ ਦੇਨ ਕੇ ਜੋਗ। ਤੂੰ ਜਦ ਉਸ ਨੂੰ ਤਲਾਕ ਦਿੱਤਾ ਸੀ, ਮੇਰੇ ਨਾਲ ਸ਼ਾਦੀ ਕਰਵਾ ਲਈ ਸੀ, ਫਿਰ ਤੂੰ ਉਸ ਦੇ ਕੋਲ ਦੁਬਾਰਾ ਕਿਉਂ ਗਿਆ? ਹੁਣ ਤੂੰ ਸਜ਼ਾ ਦਾ, ਇਹ ਸਜ਼ਾ ਦਾ ਹੱਕਦਾਰ ਹੈ। ਸੁਣ ਕੇ ਸ਼ਰਾਬਾਤ ਸੱਚ ਸੋਏ ਦੀਨ ਹੋਏ ਬੰਦੇ ਕਰ ਦੋਏ। ਤਾਂ ਇਹ ਸੁਣ ਕਰਕੇ ਪੈਗੰਬਰ ਨੇ ਸ਼ਰ੍ਹਾ ਦੀ ਗੱਲ ਸੱਚੀ ਜਾਣ ਕੇ, ਨਿਵਾਣਾ ਹੋ ਕੇ, ਦੀਨ ਹੋ ਕੇ, ਦੋਨੇ ਹੱਥ ਬੰਨੇ। ਫਸ ਗਿਆ ਨਾ, ਘਬਰਾ ਗਿਆ ਵੀ ਆਹ ਕੀ, ਫਿਰ ਤਾਂ ਮੇਰੇ ਹੱਥ ਵੀ ਵੱਢੇ ਜਾਣਗੇ, ਮੇਰਾ ਮੂੰਹ ਵੀ ਵੱਢਿਆ ਜਾਵੇਗਾ, ਮੇਰਾ ਸਿਰ ਲੱਗਿਆ ਕੇਸ ਉਹ ਵੀ ਵੱਢੇ ਜਾਣਗੇ। ਘਬਰਾ ਗਿਆ, ਹੱਥ ਬੰਨ ਕੇ ਕਹਿੰਦਾ ਪ੍ਰਿਆ ਬਾਤੇ ਸਾਚੂ ਬਾਚੀ ਦੇਹੋ ਬਚਾਏ ਚਿੱਤ ਜੁਚਰਾਚੀ। ਕਹਿਣ ਲੱਗਿਆ ਮੈਨੂੰ ਮਾਫ ਕਰ ਦੇ, ਤੇਰੇ ਹਿਸਾਬ ਨਾਲ ਤਾਂ ਸਜ਼ਾ ਹੀ ਬੜੀ ਭਿਆਨਕ ਹੈ, ਤਾਂ ਮੇਰਾ ਕਤਲ ਆ, ਮੇਰਾ ਸਿੱਧਾ ਹੀ ਹੱਥ ਵੀ ਲੱਗੇ ਆ, ਮੇਰੇ ਹੱਥ ਵੱਢਣੇ ਪੈਣਗੇ, ਮੁੱਖ ਲੱਗੇ ਆ, ਕੇਸ ਲੱਗੇ ਆ, ਸਿਰ ਲੱਗੇ ਆ, ਮੱਥਾ ਲੱਗਿਆ, ਫਿਰ ਤਾਂ ਸਾਰਾ ਸਰੀਰ ਲੱਗਿਆ, ਫਿਰ ਤਾਂ ਵੱਢਣਾ ਹੀ ਪੈਣਾ। ਪਰ ਜੇ ਤੂੰ ਮੈਨੂੰ ਪਿਆਰ ਕਰਦੀ ਐ ਤਾਂ ਮੈਨੂੰ ਬਚਾ ਫਿਰ। ਜਥਾ ਸਜਾਏ ਹੋਏ ਪੀ ਜਾਏ ਜੀਅਤ ਰਹੋ ਤੁਝ ਸੋ ਸੁਖ ਪਾਏ। ਕਹਿੰਦਾ ਮੈਂ ਸਜ਼ਾ ਵੀ ਮਿਲ ਜਾਵੇ ਮੈਨੂੰ ਤੇ ਮੈਂ ਬਚ ਵੀ ਜਾਵਾਂ, ਮੈਨੂੰ ਮੌਤ ਵੀ ਨਾ ਆਵੇ। ਤਿਉ ਦੀਨ ਤ੍ਰੈ ਕਰਨਾ ਤਾਰੀ ਇਮ ਸਜਾਏ ਪਿਤ ਕੇ ਸੰਗ ਕਰੀ। ਜਦੋਂ ਰੋਣ ਲੱਗਿਆ ਫਿਰ ਉਹਦੇ ਸਾਹਮਣੇ ਮਿੰਨਤਾਂ ਕਰਨ ਲੱਗਿਆ, ਮਾਫੀਆਂ ਮੰਗਣ ਲੱਗਿਆ, ਉਹ ਦਇਆ ਦੇ ਘਰ ਚ ਆ ਕੇ ਕਹਿੰਦੀ ਚੰਗਾ ਫਿਰ। ਹੱਥ ਲੱਗੀ ਨਾ ਕਾਟਣ ਕੀ ਨਾ ਤਿਨ ਪਲਟੇ ਕਾਟੀ ਅਸਤੀਨਾ। ਹੁਣ ਇਹ ਅੱਧੀਆਂ ਬਾਹਾਂ ਵਾਲਾ ਕੁੜਤਾ ਪਾਉਂਦੇ ਆ, ਕੋਈ ਸਤਨਾਮ ਮੁਸਲਮਾਨ, ਇਹਨਾਂ ਦੀਆਂ ਅੱਧੀਆਂ ਬਾਹਾਂ ਵਾਲੇ ਕੱਪੜੇ ਹੋਣਗੇ। ਹੱਥ ਲੱਗੇ ਸੀ, ਕਹਿੰਦੇ ਹੁਣ ਹੱਥ ਵੱਢ ਕੇ ਤਾਂ ਕੁਝ ਵੀ ਨਹੀਂ ਬਚਣਾ, ਇਸ ਕਰਕੇ ਤੁਸੀਂ ਕੁੜਤੇ ਦੀਆਂ ਬਾਹਾਂ ਕੱਟ ਦਿਓ ਅੱਧੀਆਂ। ਲਿੰਗ ਕਟਣ ਤੇ ਸੁਣਤ ਕਰੀ ਅਦਰਣ ਤੇ ਦਵੈ ਮੋਛਨ ਹਰੀ। ਔਰ ਬੁੱਲਾਂ ਦੇ ਉੱਪਰੋਂ ਜਿਹੜੇ ਬਾਲ ਸਨ ਇਹ ਕੱਟ ਦਿੱਤੇ, ਬੁੱਲ ਨਹੀਂ ਕੱਟੇ। ਔਰ ਇਸੇ ਤਰ੍ਹਾਂ ਜਿਵੇਂ ਇਹ ਮੁਸਲਮਾਨ ਅੱਜ ਕੱਲ੍ਹ ਬਚਪਨ ਦੇ ਵਿੱਚ ਹੀ ਬੱਚੇ ਦੀ ਸੁਨਤ ਕਰ ਦਿੰਦੇ ਆ, ਉਸ ਵੇਲੇ ਉਸ ਵੱਡੇ ਬੰਦੇ ਦੀ ਸੁਨਤ ਕੀਤੀ ਗਈ। ਛਾਤੀ ਪਰਤੇ ਕਤਰੇ ਬਾਰਾ ਸਿਰ ਤੇ ਜੂੜਾ ਕਾਟ ਉਤਾਰਾ। ਸਿਰ ਤੋਂ ਕੇਸ ਕੱਟ ਦਿੱਤੇ, ਛਾਤੀ ਦੇ ਵਾਲ ਵੀ ਕੱਟ ਦਿੱਤੇ। ਇਸ ਉਮਤ ਅਵਲਿਓ ਕੋ ਐਸੇ ਸਾਬਿਨ ਕਰੀ ਬਾਰਤਾ ਤੈਸੇ। ਹੁਣ ਜਦੋਂ ਕਿਸੇ ਦਾ ਪੈਗੰਬਰ ਇਦਾਂ ਦਾ ਹੋ ਗਿਆ ਤੇ ਫਿਰ ਉਹਦੀ ਉਮਤ, ਉਹਦੀ ਜਨਤਾ, ਉਹਦੇ ਜਿਹੜੇ ਚੇਲੇ ਬਾਲ ਕੇ ਆ, ਫਿਰ ਉਹ ਵੀ ਉਸੇ ਤਰ੍ਹਾਂ ਹੀ ਕਰਨ ਲੱਗੇ। ਭਾਵ ਉਹਨਾਂ ਵਾਸਤੇ ਕਾਨੂੰਨ ਬਣਾ ਦਿੱਤਾ ਗਿਆ ਵੀ ਤੁਸੀਂ ਇਦਾਂ ਕਰੋ। ਤੇ ਸਤਿਗੁਰਾਂ ਨੇ ਤਾਂ ਬੜੇ ਚੜ੍ਹਦੀ ਕਲਾ ਦਾ ਪੰਥ ਸਾਜਿਆ। ਕਹੋ ਸਤਨਾਮ। ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਬਖਾਣੈ। ਜਿਸ ਤਰ੍ਹਾਂ ਇੱਕ ਵਾਰੀ ਸਿੰਘਾਂ ਨੇ ਜੰਗ ਕੀਤਾ ਕਿਤੇ ਗੁਰੂ ਪਿਆਰਿਓ ਮੁਗਲਾਂ ਦੇ ਨਾਲ, ਤੇ ਮੁਗਲਾਂ ਦੀ ਇੱਕ ਲੜਕੀ ਜਿਹੜੀ ਹੈ ਉਹ ਇਹਨਾਂ ਸਿੰਘਾਂ ਦੇ ਹੱਥ ਆ ਗਈ, ਤੇ ਇਹ ਲੈ ਆਏ। ਤੇ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਤੇ ਸੱਦ ਲਏ ਸਿੰਘ। ਉਹ ਕਹਿੰਦੇ ਹਾਂ ਬਈ ਮੈਨੂੰ ਪਤਾ ਲੱਗਿਆ ਕੋਈ ਮੁਗਲਾਂ ਦੀ, ਮੁਸਲਮਾਨਾਂ ਦੀ ਲੜਕੀ ਤੁਹਾਡੀ ਕੈਦ ਵਿੱਚ ਹੈ। ਕਹਿੰਦੇ ਹਾਂ ਜੀ। ਕਿਉਂ? ਮਹਾਰਾਜ ਉਹ ਭਾਰਤ ਦੀਆਂ ਕਿੰਨੀਆਂ ਲੜਕੀਆਂ ਚੱਕ ਕੇ ਲੈ ਜਾਂਦਾ, ਇਸ ਤੇ ਇੱਕੋ ਹੀ ਲਿਆਏ ਆ। ਪਾਤਸ਼ਾਹ ਕਹਿਣ ਲੱਗੇ ਉਹ ਮੂਰਖੋ, ਹਮ ਲੈ ਜਾਣੋ ਪੰਥੀ ਉਚੇਰੇ। ਇਹਨਾਂ ਨੇ ਤਾਂ ਨਰਕਾਂ ਨੂੰ ਜਾਣਾ ਲੋਕਾਂ ਨੇ, ਅਸੀਂ ਪੰਥ ਨੂੰ ਉੱਚਾ ਲੈ ਕੇ ਜਾਣਾ ਹੈ। ਲਿਆਓ ਲੜਕੀ ਇੱਧਰ। ਉਹ ਲੜਕੀ ਨੂੰ ਸਾਹਮਣੇ ਲਿਆਂਦਾ। ਫਿਰ ਕਹਿੰਦੇ ਬਾ ਇੱਜ਼ਤ ਇਸ ਨੂੰ ਇਹਦੇ ਘਰੇ ਛੱਡ ਕੇ ਆਓ। ਕਹੋ ਸਤਨਾਮ। ਫਿਰ 5 ਸਿੰਘਾਂ ਦਾ ਜਥਾ ਉਸ ਬੀਬੀ ਨੂੰ ਲੈ ਕੇ ਉਹਦੇ ਪਿੰਡ, ਉਹਦੇ ਘਰੇ ਛੱਡ ਕੇ ਆਇਆ। ਤਾਂ ਐਸੇ ਮੇਰੇ ਸਤਿਗੁਰ ਦੇ ਜੀਵਨ ਦੇ ਇਹ ਜਿਹੜੇ ਗੁਰੂ ਪਿਆਰਿਓ ਕੌਤਕ ਹਨ, ਉਹ ਸਾਨੂੰ ਸੇਧ ਦਿੰਦੇ ਆ। ਪਰ ਮੁਸਲਮਾਨਾਂ ਦੇ ਵਿੱਚ ਕੇਸ ਕੱਟਣ ਦੀ, ਇੱਥੋਂ ਬੁੱਲਾਂ ਦੇ ਆਸੇ ਪਾਸੇ ਮੁੱਛਾਂ ਕੱਟਣ ਦੀ ਇਹ ਰੀਤ ਕਿਉਂ ਚੱਲੀ ਆ? ਇਹ ਉਸ ਵੇਲੇ ਉਸ ਪੈਗੰਬਰ ਨੂੰ, ਇਬਰਾਹਿਮ ਖਲੀਲ ਨੂੰ ਸਜ਼ਾ ਦਿੱਤੀ ਗਈ ਸੀ। ਤੁਰਕਨ ਸਭ ਕੇਸ ਕਟਾਏ ਪੂਰਬਲੀ ਮਰਿਆਦ ਮਿਟਾਏ। ਤਾਂ ਬਸ ਫਿਰ ਉਸ ਨੇ ਹੁਕਮ ਚਲਾਤਾ ਵੀ ਸਾਰੇ ਜਿਵੇਂ ਮੈਂ ਕੀਤਾ ਐਵੇਂ ਤੁਸੀਂ ਸਾਰੇ ਇਦਾਂ ਦਾ ਭੇਸ ਬਣਾਓ
ਤੇ ਪੂਰਬਲੀ ਮਰਜ਼ਾਦਾ ਜਿਹੜੀ ਕੇਸ ਦਾੜੇ ਰੱਖਣ ਦੀ ਮਰਜ਼ਾਦਾ ਸੀਗੀ ਜਾਂ ਪਹਿਲਾਂ ਕੋਈ ਸੁਨਤ ਨਹੀਂ ਸੀ ਕਰਦਾ, ਉਹ ਮੁਸਲਮਾਨਾਂ ਨੇ ਆਪਣੀ ਮੱਤ ਵਿੱਚ ਉਸ ਤਰ੍ਹਾਂ ਚਲਾ ਦਿੱਤੇ ਜੇ। ਉਹਨੇ ਹਿੰਦਨ ਕੀ ਸੁਨੋ ਕਹਾਣੀ, ਹੋ ਪਰਸਰਾਮ ਬਲਖਾਨੀ। ਔਰ ਇਹ ਤਾਂ ਅਸੀਂ ਤੁਰਕਾਂ ਦੇ ਵਿੱਚ ਕੇਸ ਕਿਉਂ ਕੱਟੇ ਗਏ, ਆਹ ਸੁਣ ਲਾ ਹੁਣ ਹਿੰਦੂਆਂ ਦੇ ਵਿੱਚ ਵੀ ਕੇਸ ਕੱਟਣ ਦੀ ਰੀਤ ਕਿੱਥੋਂ ਚੱਲੀ ਆ। ਕਰਤ ਜੁਧ ਛਤਰੀ ਸਭ ਹਾਰੇ, ਤਿਨ ਸਰ ਪਰਤੇ ਕੇਸ਼ ਉਤਾਰੇ। ਪਰਸਰਾਮ ਨੇ ਬੇਅੰਤ ਵਾਰੀ ਖੱਤਰੀਆਂ ਦਾ ਛਤਰੀਆਂ ਦਾ ਖਾਤਮਾ ਕੀਤਾ ਸੀ ਤੇ ਉਹਨਾਂ ਨੇ ਆਪਣੇ ਆਪ ਨੂੰ ਛੁਪਾਉਣ ਲਈ ਬਈ ਅਸੀਂ ਛਤਰੀ ਨਹੀਂ ਆ, ਆਪਣੇ ਕੇਸ ਬਣਾ ਦਿੱਤੇ ਸੀ। ਬੋਲ ਨੰਦਨ ਜਾ ਮੁੰਡਨ ਕਰੇ, ਕਰੇ ਮੁੰਡਾਵਤ ਰੀਤੀ ਪਰੇ। ਤਾਂ ਹੌਲੀ ਹੌਲੀ ਇਹ ਰੀਤ ਚੱਲ ਪਈ ਉਹਨਾਂ ਦੇ ਵਿੱਚ ਵੀ, ਜਦੋਂ ਕਿਸੇ ਦੇ ਘਰੇ ਬੱਚਾ ਹੋਵੇ ਤੇ ਪਹਿਲਾਂ ਉਸ ਦਾ ਮੁੰਡਨ ਕੀਤਾ ਜਾਵੇ। ਬਚਪਨ ਤੋਂ ਹੀ ਜਿਹੜੇ ਸੱਸੇ ਬਾਲ ਜੋ ਧੁਰੋਂ ਆਉਂਦੇ ਹੈ, ਜਿਹਨੂੰ ਆਪਣੇ ਮਾਲਵੇ ਦੇ ਵਿੱਚ ਝੰਡ ਲਾਉਣੀ ਕਹਿੰਦੇ ਆ, ਕਹੋ ਸਤਨਾਮ। ਛੋਟੇ ਬੱਚੇ ਨੂੰ ਗੁਰੂ ਪਿਆਰਿਓ ਲਿਜਾ ਕੇ ਜੰਡਾ ਕਰੀਰਾਂ ਦੇ ਕੋਲ ਉਸ ਦੇ ਸਿਰ ਦੇ ਬਾਲ ਕੱਟਦੇ ਹਨ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਹਿੰਦੂਆਂ ਦੇ ਵਿੱਚ ਰੀਤ ਚੱਲ ਪਈ। ਕਹਿੰਦੇ ਮੁਨੀ ਨੰਦਨ ਜਦੋਂ ਇਹਨਾਂ ਦੇ ਘਰ ਬੱਚਾ ਹੁੰਦਾ ਹੈ ਤਾਂ ਉਸ ਦਾ ਮੁੰਡਨ ਕਰਦੇ ਹਨ। ਉੱਥੋਂ ਬਸ ਇਹਨਾਂ ਨੂੰ ਸੌਖਾ ਜਿਹਾ ਹੋ ਗਿਆ, ਸਰੀਰ ਕਰਕੇ ਸੌਖਾ ਜਿਹਾ ਵੀ ਹੋ ਗਿਆ, ਨਹਾਉਣਾ ਧੋਣਾ ਵੀ, ਕੇਸ ਕੌਣ ਸੰਭਾਲੇ, ਕੌਣ ਵਾਹੇ, ਕੌਣ ਨੂੰ ਸੰਭਾਲੇ, ਵਧੀਆ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਉਂ ਹਿੰਦੂ ਲੋਕਾਂ ਦੇ ਵਿੱਚ ਵੀ ਜਿਹੜੀ ਰੀਤ ਕੇਸ ਕੱਟਣ ਦੀ ਚੱਲ ਪਈ। ਹੁਣ ਕਲਯੁਗ ਮੇ ਰਾਜੇ ਪਹੇ, ਸੰਗਿਆ ਜਿਨੋ ਆਨੰਦ ਕੀ ਲਏ। ਔਰ ਇਸ ਤਰ੍ਹਾਂ ਕਲਯੁਗ ਦੇ ਵਿੱਚ ਜਿਹੜੇ ਰਾਜੇ ਆਏ, ਜਿਨ੍ਹਾਂ ਦੇ ਉਪਨਾਮ ਆਨੰਦ ਸਨ, ਭਾਵ ਸ੍ਰੀ ਨਾਮ ਦੇ ਮਗਰ ਆਨੰਦ ਲੱਗਿਆ ਹੁੰਦਾ ਸੀ। ਗੁਰ ਕੇ ਬ੍ਰਿਪ ਨਾ ਬਰਣੀ ਕਰੈ, ਹਮਰੋ ਰਾਜ ਨਾਸ਼ ਹੋਏ ਡਰੈ। ਔਰ ਇਸ ਤਰ੍ਹਾਂ ਬ੍ਰਾਹਮਣ ਲੋਕ ਕਰਕੇ ਕੇਸ ਨਹੀਂ ਕਟਵਾਉਂਦੇ ਸਨ, ਪਰ ਨੰਦ ਰਾਜੇ ਡਰਦੇ ਸਨ ਕਿ ਸਾਡਾ ਰਾਜ ਨਾਸ਼ ਨਾ ਹੋ ਜਾਵੇ। ਭਾਵ ਕੇਸਾਂ ਦੇ ਵਿੱਚ ਸ਼ਕਤੀ ਹੈ, ਜੇ ਕੋਈ ਸਾਬਤ ਸੂਰਤ ਹੋਵੇ ਨਾ, ਉਹ 'ਚ ਪਾਵਰ ਬਹੁਤ ਹੁੰਦੀ ਹੈ। ਪੁਰਾਣੇ ਸਮਿਆਂ ਦੀ ਗੱਲ ਸੁਣੀ ਆ ਕਿ ਅੰਗਰੇਜ਼ਾਂ ਦੇ ਵਿੱਚ ਕੋਈ ਐਸਾ ਮਨੁੱਖ ਸੀਗਾ ਜਿਹਦੇ ਸਾਬਤ ਕੇਸ ਸਨ, ਉਹਦੇ 'ਚ ਪਾਵਰ ਬਹੁਤ ਜ਼ਿਆਦਾ ਸੀ, ਉਹ ਕਿਸੇ ਤੋਂ ਜਿੱਤਿਆ ਨਹੀਂ ਸੀ ਜਾਂਦਾ ਗੁਰੂ ਪਿਆਰਿਓ। ਤੇ ਫਿਰ ਉਹਨਾਂ ਨੇ ਖੋਜ ਕੀਤੀ ਵੀ ਇਹ ਬੰਦਾ ਫੜਿਆ ਜਿੱਤਿਆ ਕਿਉਂ ਨਹੀਂ ਜਾਂਦਾਗਾ। ਨਾ ਸਮਝ ਆਈ ਤੇ ਉਹਨਾਂ ਨੇ ਕਿਸੇ ਇਸਤਰੀ ਨੂੰ ਉਹਦੇ ਮਗਰ ਲਾਤਾ, ਉਸ ਇਸਤਰੀ ਨੂੰ ਆਪਣੇ ਮੋਹ ਦੇ ਜਾਲ ਵਿੱਚ ਫਸਾ ਲਿਆ ਤੇ ਉਹਨੇ ਗੱਲਾਂ ਗੱਲਾਂ ਵਿੱਚ ਪੁੱਛ ਲਿਆ, ਬਈ ਤੂੰ ਇੰਨੀ ਸ਼ਕਤੀ ਕਿੱਥੋਂ ਲਈ ਆ, ਇੰਨੀ ਪਾਵਰ ਕਿੱਥੋਂ ਲਈ ਆ, ਤੈਨੂੰ ਕੋਈ ਜਿੱਤ ਕਿਉਂ ਨਹੀਂ ਸਕਦਾਗਾ। ਉਹਨੇ ਫਿਰ ਉਸ ਮੋਹ ਵਿੱਚ ਫਸੇ ਨੇ ਦੱਸ ਦਿੱਤਾ ਆਪਣਾ ਭੇਤ ਵੀ ਅਸਲ ਵਿੱਚ ਇਹ ਪਾਵਰ ਮੇਰੇ ਕੇਸਾਂ ਕਰਕੇ ਆ। ਕਹੋ ਸਤਨਾਮ। ਜਿੰਨਾ ਚਿਰ ਮੈਂ ਕੇਸ ਨਹੀਂ ਕੱਢਦਾ ਉਹਨਾਂ ਚਿਰ ਮੇਰੀ ਸ਼ਕਤੀ ਖਤਮ ਨਹੀਂ ਹੋ ਸਕਦੀ। ਇਹ ਤੇ ਉਸ ਇਸਤਰੀ ਨੇ ਉਹਨਾਂ ਦੁਸ਼ਮਣਾਂ ਨੂੰ ਦੱਸ ਦਿੱਤਾ ਵੀ ਜਿਹੜੇ ਇਹਦੇ ਕੇਸ ਹੈ ਨਾ, ਜਿੰਨਾ ਚਿਰ ਇਹਦੇ ਕੇਸ ਨਹੀਂ ਕੱਟੇ ਜਾਂਦੇ ਉਹਨਾਂ ਚਿਰ ਇਹਦੀ ਸ਼ਕਤੀ ਜਿਹੜੀ ਆ ਖਤਮ ਨਹੀਂ ਹੋ ਸਕਦੀ। ਤਾਂ ਫਿਰ ਉਹਨਾਂ ਨੇ ਉਸੇ ਇਸਤਰੀ ਰਾਹੀਂ ਉਸ ਦਾ ਸੁੱਤੇ ਪਏ ਦਾ ਜੂੜਾ ਕਟਵਾ ਦਿੱਤਾ ਸੀ। ਕਹੋ ਸਤਨਾਮ। ਕੇਸ ਕਟਾ ਦਿੱਤੇ ਸੀ ਤੇ ਫਿਰ ਉਹਨੂੰ ਫੜ ਕੇ ਜੇਲ੍ਹ 'ਚ ਕਰਤਾ ਸੀ, ਉਹਦੀ ਪਾਵਰ ਖਤਮ ਹੋ ਗਈ ਸੀ। ਹੁਣ ਕੀ ਹੋਇਆ, ਜਿਹੜੇ ਬ੍ਰਾਹਮਣ ਸਨ ਉਹਨਾਂ ਨੂੰ ਵੀ ਪਤਾ ਸੀ ਕਿ ਕੇਸਾਂ ਦੇ ਨਾਲ ਸ਼ਕਤੀ ਹੈ, ਇਸ ਕਰਕੇ ਉਹ ਕੇਸ ਤਾਂ ਰੱਖਦੇ, ਪਰ ਨੰਦ ਰਾਜਿਆਂ ਤੋਂ ਲੁਕ ਕੇ ਰਹਿੰਦੇ। ਤੇ ਰਾਜਿਆਂ ਨੂੰ ਇਹ ਖਤਰਾ ਪੈ ਗਿਆ ਸੀਗਾ ਬਈ ਜੇ ਇਹ ਕੇਸਾ ਧਾਰੀ ਹੋਣ ਲੱਗੇ ਤੇ ਸਾਡਾ ਰਾਜ ਖੋਹ ਲੈਣਗੇ, ਇਹਨਾਂ ਵਿੱਚ ਪਾਵਰ ਆ ਜਾਣੀ ਹੈ, ਸ਼ਕਤੀ ਆ ਜਾਣੀ ਆ। ਤਿਨੋ ਵਿਚਾਰਿਓ ਇਹੋ ਪਾਏ, ਸਭ ਬਿਰ ਪੜ ਕੇ ਸਿਰ ਮੰਡਵਾਏ। ਤਾਂ ਉਹਨਾਂ ਰਾਜਿਆਂ ਨੇ ਵੀ ਬ੍ਰਾਹਮਣਾਂ ਨੂੰ ਹੁਕਮ ਦਿੱਤਾ ਕੇਸ ਕਟਾਉਣ ਦਾ। ਸੁਰ ਪ੍ਰਸੰਨ ਬਿਨ ਕੇਸ਼ ਨਾ ਹੋਏ, ਯਾਤੇ ਮੁੰਡ ਦੀਏ ਸਭ ਕੋਏ। ਔਰ ਬ੍ਰਾਹਮਣ ਕਹਿੰਦੇ ਹੁਣ ਅੱਗੇ ਜਦ ਹਰਿਦੁਆਰ ਕੋਈ ਫੁੱਲ ਪਾਉਣ ਜਾਂਦਾ ਤੇ ਉੱਥੇ ਕਹਿੰਦੇ ਵੀ ਤੁਹਾਡੇ ਮਰੇ ਹੋਏ ਬਜ਼ੁਰਗ ਦੀ ਗਤੀ ਤਾਂ ਹੋਵੇਗੀ ਜੇ ਤੁਸੀਂ ਮੁੰਡਨ ਕਰਾਓਗੇ, ਭਾਵੇਂ ਉਹਨਾਂ ਦੇ ਉਂਗਲ ਵਾਲ ਹੋਣ, ਭਾਵੇਂ ਲੰਬੇ ਕੇਸ ਹੋਣ, ਪੁਰਾਤਨ ਭਾਵੇਂ ਉਤਰੇ ਆਉਂਦੇ ਹੋਣ ਕੇਸਾਧਾਰੀ। ਪਰ ਜਦੋਂ ਉੱਥੇ ਚਲੇ ਗਏ ਹਰਿਦੁਆਰ ਆਪਣੇ ਬੁੜਿਆਂ ਦੇ ਫੁੱਲ ਪਾਉਣ, ਤੇ ਉਹਨਾਂ ਬ੍ਰਾਹਮਣਾਂ ਨੇ ਉਹਨਾਂ ਨੂੰ ਹਿੰਦੂ ਕਹਿ ਕੇ ਉਹਨਾਂ ਦੇ ਕੇਸ ਕੱਢ ਦਿੰਦੇ ਆ। ਇਹਦਾ ਮਤਲਬ ਇਹ ਵੀ ਸਮਝਿਆ ਜਾਂਦਾ ਹੈ ਕਿ ਕਿਤੇ ਇਹ ਲੋਕ ਗੁਰੂ ਨਾਨਕ ਦੀ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਿੱਚ ਪ੍ਰਵੇਸ਼ ਨਾ ਕਰਨ ਲੱਗ ਜਾਣ, ਕਿਉਂਕਿ ਇੱਧਰ ਮਰਜ਼ਾਦਾ ਪੱਕੀ ਹੈ ਵੀ ਜਿਹਨੇ ਇੱਧਰ ਆਉਣਾ ਉਹਨੂੰ ਕੇਸ ਰੱਖਣੇ ਪੈਣੇ ਆ। ਪਰ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਆ ਉਹ ਆ ਹੀ ਜਾਂਦੇ ਆ। ਕਹੋ ਸਤਨਾਮ। ਤੋ ਇਸ ਕਰਕੇ ਜਦੋਂ ਵੀ ਕੋਈ ਬਜ਼ੁਰਗ ਇਹ ਹਿੰਦੂ ਮੱਤ ਵਿੱਚ ਮਰਦਾ ਹੈ, ਉਹ ਫੁੱਲ ਪਾਉਣ ਜਾਂਦੇ ਆ ਉੱਥੇ ਉਸ ਨੂੰ
ਮੁੰਡਨ ਕੀਤਾ ਜਾਂਦਾ ਹੈ, ਔਰ ਮੁੰਡਨ ਵੀ ਮਾੜਾ ਮੋਟਾ ਨਹੀਂ, ਉਸਤਰੇ ਦੇ ਨਾਲ ਕੱਦੂ ਦੀ ਤਰ੍ਹਾਂ ਸਾਫ਼ ਕਰ ਦਿੱਤਾ ਜਾਂਦਾ ਸਿਰ ਨੂੰ ਉੱਤੋਂ। ਕੋ ਸਤਨਾਮ, ਤਾਂ ਕਿ ਇਹ ਲੋਕ ਜਿਹੜੇ ਹਨ, ਬਹਾਨਾ ਬਣਾਤਾ ਵੀ ਤੁਹਾਡੇ ਬੁੜਿਆਂ ਦੀ ਗਤੀ ਤਾਂ ਹੋਊਗੀ ਜੇ ਤੁਸੀਂ ਕੇਸ ਕਟਾਓਗੇ, ਮੁੰਡਨ ਕਰਾਓਗੇ। ਇਉਂ ਮੇਰੇ ਗੁਰਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਹਿੰਦੂ ਤੁਰ ਕੇਸੀ ਵਿਦ ਸਾਰੇ, ਸਿਰ ਮੰਡਵਾਏ ਧਰਮ ਕੋ ਹਾਰੇ। ਤੋ ਕੌਣ ਪੁੱਛ ਰਿਹਾ ਹੈ? ਨੌ ਨਿਧ ਖੱਤਰੀ ਹੈ ਇੱਕ, ਜਿਹਨੇ ਗੁਰੂ ਗੋਬਿੰਦ ਸਿੰਘ ਜੀ ਨਾਲੇ ਗੱਲ ਚਲਾਈ ਬੈਠੇ ਬੈਠੇ, ਮਹਾਰਾਜ ਤੁਸੀਂ ਆਪਣੇ ਪੰਥ ਦੇ ਕੇਸ ਦਾੜੇ ਕਿਉਂ ਰਖਵਾਏ ਹੈ? ਹੁਣ ਤਾਂ ਕਲਯੁਗ ਦਾ ਸਮਾਂ, ਹੁਣ ਤਾਂ ਕੋਈ ਰੱਖਦਾ ਹੀ ਨਹੀਂ, ਰੱਖ ਹੀ ਨਹੀਂ ਸਕਦਾ। ਪਾਤਸ਼ਾਹ ਜੀ ਕਹਿੰਦੇ ਕਲਯੁਗ ਹੈ ਤਾਂ ਕਿਹੜਾ ਕਲਯੁਗ ਕਿੱਥੇ ਆ? ਸੋਈ ਚੰਦ ਚੜ੍ਹੈ ਸੇ ਤਾਰੇ, ਸਾਧਿਨੀ ਅਰਸੋ ਤਪਤ ਰਹਿ। ਇਸ ਤਰ੍ਹਾਂ ਪਾਤਸ਼ਾਹ ਕਹਿੰਦੇ ਕੁਦਰਤ ਵਿੱਚ ਤਾਂ ਉਹੀ ਅਸੂਲ ਹੈ, ਉਹੀ ਸੂਰਜ ਹੈ, ਉਹੀ ਚੰਦਰਮਾ ਹੈ, ਉਹੀ ਧਰਤੀ ਆ, ਉਹੀ ਪਾਣੀ ਆ, ਉਹੀ ਹਵਾ। ਕੁਦਰਤ ਤਾਂ ਬਦਲੀ ਨਹੀਂ, ਬੰਦੇ ਦੇ ਸੁਭਾਅ ਬਦਲੇ ਹੋਏ ਆ, ਬੰਦਾ ਬਦਲ ਚੁੱਕਿਆ ਅਸਲ ਦੇ ਵਿੱਚ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੇ ਉੱਥੇ ਫਿਰ ਗੱਲ ਚਲਾਈ ਅਤੇ ਪੁੱਛਿਆ ਵੀ ਫਿਰ ਕੇਸ ਕੱਟਣ ਦੀ ਰੀਤ ਕਦੋਂ ਚੱਲੀ? ਅਤੇ ਪਾਤਸ਼ਾਹ ਕਹਿੰਦੇ ਪਹਿਲਾਂ ਮੁਸਲਮਾਨ ਰਿਸ਼ੀ ਮੁਨੀ ਵੀ ਕੇਸ ਰੱਖਦੇ ਸਾਰੇ, ਔਰ ਹਿੰਦੂ ਲੋਕ ਵੀ ਰੱਖਦੇ ਸੀਗੇ। ਇਹ ਤਾਂ ਆਹ ਦੋ ਘਟਨਾਵਾਂ ਘਟੀਆਂ ਅਤੇ ਇਹਨਾਂ ਨੂੰ ਕੇਸ ਕੱਟਣੇ ਸ਼ੁਰੂ ਕਰ ਦਿੱਤੇ। ਇਉਂ ਹਿੰਦੂ ਤੁਰਕ ਇਸੀ ਵਿਰਸਾਰੇ, ਸਿਰ ਮੰਡਵਾਏ ਧਰਮ ਕੋ ਹਾਰੇ। ਆਪਣੇ ਧਰਮ ਤੋਂ ਪਤਿਤ ਹੋ ਗਏ, ਛਤਰੀਆਂ ਤੈ ਧਰਮ ਛੋੜਿਆ, ਮਲੇਸ਼ ਭਾਖਿਆ ਗਈ। ਸ੍ਰਿਸ਼ਟ ਸਭ ਇੱਕ ਬਰਨ ਹੋਈ, ਧਰਮ ਕੇ ਗਤ ਰਹੀ। ਨਿਤ ਸੁਣੀਏ ਹੇਤ ਮੁੰਡਨ ਕੋ, ਕੇਸ਼ ਰਾਖਨੇ ਰਵਾ ਸਬਨ ਕੋ। ਸੁਣ ਲਿਆ ਨੌਨਿਧ, ਇਹ ਕਾਰਨ ਹੈ ਕਿ ਲੋਕਾਂ ਨੇ ਕੇਸ ਕਟਾਉਣੇ ਸ਼ੁਰੂ ਕਰ ਦਿੱਤੇ, ਔਰ ਕੇਸ ਰੱਖਣ ਦਾ ਕੀ ਫਾਇਦਾ ਹੋਵੇਗਾ? ਜਿਨ ਤੇ ਬਿਨਾ ਪ੍ਰਸੰਨ ਨਾ ਦੇਵ, ਅਸ ਸੁਭ ਕੇਸ਼ ਮੁੰਡਾਵਨ ਲੇਵ। ਜਿਨ੍ਹਾਂ ਤੇ ਪਰਮੇਸ਼ਰ ਖੁਸ਼ ਨਹੀਂ, ਜਿਹੜੇ ਕੇਸ ਕਟਾਉਂਦੇ ਆ, ਉਹਨਾਂ ਤੇ ਦੇਵਤੇ ਵੀ ਖੁਸ਼ ਨਹੀਂ ਹੁੰਦੇ। ਬਿਨਾ ਵਿਚਾਰੇ ਦੇਖਾ ਦੇਖੀ, ਧਾਰੀ ਰੀਤ ਪਏ ਤੁਰ ਭੇਖੀ। ਦੁਰਭੇਖੀ ਮਾੜਾ ਭੇਖ। ਕਹਿਣ ਲੱਗੇ ਬਿਨਾ ਸੋਚੇ ਸਮਝੇ ਹੀ ਦੇਖਾ ਦੇਖੀ, ਭੈੜਾ ਭੇਸ ਬਣਾ ਕੇ ਬਹਿ ਗਏ। ਪਹਿਲਾਂ ਤਾਂ ਇਕੱਲੇ ਕੇਸ ਕੱਟ ਕੇ ਬੋਦੀਆਂ ਰੱਖਦੇ ਸੀ, ਅੱਜ ਤਾਂ ਹੋਰ ਹੀ ਕੁਛ ਕਰਨ ਲੱਗ ਪਏ। ਉਹ ਨਾਈਆਂ ਨੇ ਵੀ ਨਵੇਂ ਡਿਜ਼ਾਈਨ ਬਣਾ ਲਏ ਪੈਸੇ ਵੱਟਣ ਦੇ। ਕਹੋ ਸਤਨਾਮ। ਤੇ ਨਾਈਆਂ ਨੇ ਬਾਅਦ ਚੋਂ ਟੱਪਦੀਆਂ ਸ਼ੀਸ਼ਿਆਂ 'ਤੇ ਫੋਟੋਆਂ ਲੱਗੀਆਂ ਤਰ੍ਹਾਂ ਦੀਆਂ, ਵਿਚਾਲੇ ਜਿਵੇਂ ਆਪਾਂ ਨਾ ਕਣਕ ਵੱਢਦੇ ਸੀ ਖੇਤਾਂ ਵਿੱਚ, ਪਹਿਲਾਂ ਸਾਰੀ ਕਣਕ ਵੱਢ ਕੇ ਮੁੜ ਕੇ 4-5 ਕਰਮਾਂ ਜਿਹੜੀ ਹੈ ਫਸਲ ਛੱਡੇ ਆਉਂਦੇ ਸੀ ਖੇਤੀ ਜੀ, ਉਹ ਪਰਮੇਸ਼ਰ ਦੇ ਨਾਂ ਦੀ ਕੋਈ ਗਰੀਬ ਵੱਢ ਕੇ ਲੈ ਜਾਂਦਾ ਸੀ। ਕਹੋ ਸਤਨਾਮ। ਇਸੇ ਤਰ੍ਹਾਂ ਹੀ ਸਿਰ ਦੇ ਵਿਚਾਲੇ ਜੇ ਰੱਖ ਲੈਂਦੇ ਆ, ਕੁੱਕੜ ਵਾਂਗੂ ਕਲਗੀ ਜੀ, ਅਤੇ ਬਾਕੀ ਸਾਈਡਾਂ ਤੋਂ ਘੁਣ-ਮੁਣ ਹੋ ਜਾਂਦੇ ਆ। ਅਤੇ ਪਾਤਸ਼ਾਹ ਨੇ ਅੱਜ ਤੋਂ ਕਿੰਨਾ ਚਿਰ ਪਹਿਲਾਂ ਇਹ ਗੱਲਾਂ ਕਰੀਆਂ ਕਿ ਲੋਕ ਕੁਛ ਵੀ ਨਹੀਂ ਸੋਚਦੇ ਗੇ, ਕੁਛ ਨਹੀਂ ਵਿਚਾਰਦੇ। ਧਾਰੀ ਰੀਤ ਪਏ ਦੁਰਭੇਖੀ। ਇਸ ਤਰ੍ਹਾਂ ਦੁਰਭੇਖ ਮਾੜਾ ਭੇਖ ਧਾਰਨ ਕਰ ਲਿਆ ਕੇਸਾਂ ਨੂੰ ਕਟਾ ਕੇ ਲੋਕਾਂ ਨੇ। ਰਚਿਓ ਸੋ ਈਸ਼ਰ ਮਾਨੁਖ ਦੇਹ, ਕਰਿਓ ਸੋ ਭਾਈ ਮਾਨ ਛਬ ਗ੍ਰਹਿ। ਜਿਹੜਾ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ, ਸਾਵਟ ਸੂਟ ਦਸਤਾਰ ਸਿਰਾਏ, ਬਾਣੀ ਦੇ ਵਿੱਚ ਵੀ ਪਾਤਸ਼ਾਹ ਨੇ ਗੁਰੂ ਪਿਆਰਿਓ ਮਾਰੂ ਰਾਗ ਦੇ ਵਿੱਚ ਬਖਸ਼ਿਸ਼ ਕੀਤੇ ਆ, ਬਚਨ ਕੀਤੇ ਨੇ ਕਿ ਪਰਮੇਸ਼ਰ ਦਾ ਸਰੂਪ ਵੀ ਸਾਵਟ ਸੂਰਤ ਹੈ। 10ਵੇਂ ਪਾਤਸ਼ਾਹ ਜੀ ਕਹਿੰਦੇ 11 ਮਹੀਨੇ ਆਨੰਦਪੁਰ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਤੋਂ ਪਹਿਲਾਂ 11 ਮਹੀਨੇ ਪਹਾੜਾਂ ਵਿੱਚ ਬੈਠੇ ਰਹੇ ਗੁਪਤ। ਸੰਗਤਾਂ ਨਾਲ ਬਹੁਤ ਘੱਟ ਬੋਲੇ, ਜ਼ਿਆਦਾਤਰ ਕਹਿੰਦੇ ਪਹਾੜਾਂ ਦੇ ਉੱਪਰ ਬੈਠ ਜਾਂਦੇ ਜਾ ਕੇ ਧਿਆਨ ਜੋੜ ਕੇ। ਤੇ ਪਤਾ ਲੱਗਿਆ ਵੀ ਉਹਨਾਂ ਨੇ ਪਰਮੇਸ਼ਰ ਨੂੰ ਪੁੱਛਿਆ ਵੀ ਜਿਸ ਕੰਮ ਦੇ ਲਈ ਤੁਸੀਂ ਮੈਨੂੰ ਭੇਜਿਆ ਪੰਜ ਸਾਜਣ ਲਈ, ਉਹਨੂੰ ਮੈਂ ਕੀ ਰੂਪ ਦੇਵਾਂ? ਇੱਥੇ ਤਾਂ ਮੈਂ ਆ ਕੇ ਦੇਖਿਆ ਬੰਦੇ ਦੇ ਰੂਪ ਹੀ ਬੜੇ ਬਣੇ ਹੋਏ ਆ। ਕਿਸੇ ਦੇ ਕੰਨ ਪਾੜ ਕੇ ਮੁੰਦਰਾਂ ਪਾਈਆਂ ਹੋਈਆਂ, ਕਿਸੇ ਨੂੰ ਕੰਠੀ ਕੰਠ ਕਾਠ ਕੀ ਧਾਰੀ, ਕਿਸੇ ਨੇ ਪੈਰਾਂ ਵਿੱਚ ਘੁੰਗਰੂ ਬੰਨੇ ਹੋਏ ਆ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਸੁਣਤ ਕਰਵਾ ਲਈ ਆ। ਮਹਾਰਾਜ ਮੈਂ ਜਿਹੜਾ ਤੂੰ ਬੰਦਾ ਬਣਾਉਣਾ ਚਾਹੁੰਦਾ ਉਹ ਕਿਹੋ ਜਿਹਾ ਬਣਾਵਾਂ? ਤੇ ਆਵਾਜ਼ ਆਈ ਕਿ ਇਹ ਲੋਕਾਂ ਨੇ ਕੱਟ ਵੱਢ ਕੀਤੀ ਹੈ, ਤੂੰ ਇਹਨੂੰ ਸਾਬਤਾ ਕਰ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਐਸਾ ਬਣਾ ਜਿਹੋ ਜਿਹਾ ਜਨਮ ਲੈਂਦਾ ਇਹਨੂੰ ਉਹੋ ਜਿਹਾ ਰਹਿਣ ਦਾ ਹੁਕਮ ਦੇ, ਜਿਹੋ ਜਿਹਾ ਮੈਂ ਭੇਜਦਾ ਇਹਨੂੰ ਉਹੋ ਜਿਹਾ ਪੂਰਨ ਤਿਆਰ ਕਰ। ਤਾਂ ਗੁਰੂ ਪਿਆਰਿਓ ਬਾਬੇ ਨਾਨਕ ਨੇ ਭਾਈ ਮਰਦਾਨਾ ਜੀ ਨੂੰ ਵੀ ਕਹਿਤਾ ਸੀਗਾ ਉਸ ਦਿਨ ਜਦੋਂ ਉਹਨਾਂ ਨੂੰ ਨਾਲ ਲਿਆ, ਲੈ ਮਰਦਾਨਿਆ ਤੂੰ ਅੱਜ ਤੋਂ ਬਾਅਦ ਨਾ ਤਾਂ ਕੋਈ ਨਸ਼ਾ ਪੀਣਾ, ਸ਼ਰਾਬ ਪੀਣੀ ਹੈ, ਅਤੇ ਨਾ ਤੂੰ ਸਿਰ ਦੇ ਕੇਸ ਕਟਾਉਣੇ ਆ। ਬਚਪਨ ਵਿੱਚ ਉਹਦੀ ਮਾਂ ਨੇ ਕਿਹਾ ਸੀਗਾ ਵੇ ਮਰ ਜਾਣਿਆ, ਅਤੇ ਬਾਬਾ ਨਾਨਕ ਜੀ ਗਲੀ 'ਚੋਂ ਲੰਘੇ ਜਾਂਦੇ ਸੀ। ਭਾਈ ਮਰਦਾਨਾ ਜੀ ਦੀ ਮਾਂ ਨੂੰ ਪੁੱਛਿਆ, ਬੇਬੇ ਤੂੰ ਇਹ ਜਵਾਕ ਨੂੰ ਮਰ ਜਾਣਾ ਕਿਉਂ ਕਹਿੰਦੀ ਆ? ਕੀ ਕਰਾਂ ਨਾਨਕ ਭਾਈ,
ਪਹਿਲਾਂ 4-5 ਬੱਚੇ ਹੋਏ ਆ, ਜੰਮਦੇ ਆ ਤੇ ਮਰ ਜਾਂਦੇ ਆ ਥੋੜ੍ਹੇ ਚਿਰ ਬਾਅਦ। ਮੈਂ ਇਸ ਤੋਂ ਆਸ ਹੀ ਚੱਕ ਦਿੱਤੀ ਹੈ ਵੀ ਇਹਨੇ ਵੀ ਮਰ ਜਾਣਾ, ਇਹਦਾ ਨਾਂ ਵੀ ਮਰ ਜਾਣਾ ਰੱਖ ਲਿਆ। ਬਾਬਾ ਜੀ ਕਹਿੰਦੇ ਚੰਗਾ ਬੇਬੇ ਫਿਰ ਮੇਰੀ ਵੀ ਸੁਣ ਲਾ, ਲੈ ਬਈ ਮਰ ਜਾਣੇ ਆ, ਅੱਜ ਤੋਂ ਮਰਦਾਨਾ ਹੋਇਆ, ਅੱਜ ਤੋਂ ਬਾਅਦ ਕੋਈ ਨਸ਼ਾ ਨਹੀਂ ਪੀਣਾ ਖਾਣਾ ਔਰ ਸਿਰ ਦੇ ਕੇਸ ਨਹੀਂ ਕੱਟਣੇ। ਕਹੋ ਸਤਨਾਮ ਸ੍ਰੀ। ਤਾਂ ਭਾਈ ਮਰਦਾਨਾ ਜੀ ਦੇ ਕੇਸ ਰਖਾਏ ਸੀ ਬਾਬਾ ਨਾਨਕ ਜੀ ਨੇ ਉਸ ਵੇਲੇ, ਆਪਣੇ ਨਾਲ ਲਿਆ ਸੀਗਾ। ਤਾਂ ਫਿਰ ਉਹ ਭਾਈ ਮਰਦਾਨਾ ਅੱਜ ਵੀ ਸਰਬ ਕਲਾ ਸਮਰਾਟ ਦੇ ਨਾਲ ਜਿਉਂਦਾ ਜਾਗਦਾ, ਸਤਿਗੁਰ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ। ਉਹ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਰਚਿਓ ਈਸ਼ਰ ਮਨੁੱਖ ਦੇ, ਪਰਮੇਸ਼ਰ ਨੇ ਜਿਹੜੀ ਮਨੁੱਖ ਨੂੰ ਬਣਾਇਆ, ਕਰਿਓ ਸੁਭਾਏ ਮਾਨ ਸ਼ਬ। ਸ਼ਬ ਹੁੰਦਾ ਸੁੰਦਰਤਾ, ਬੜਾ ਸੁੰਦਰ ਬਣਾ ਕੇ ਭੇਜਿਆ ਤੇ ਬੰਦਾ ਆਪਣੀ ਮਨ ਮਤ ਨਾਲ ਸੁੰਦਰ ਬਣਦਾ ਹੈ। ਉੱਤਮ ਆਂਗ ਪਰ ਸੁੰਦਰ ਕਰੇ, ਅਦਕ ਰੂਪ ਕੇਸ਼ਨ ਤੇ ਧਰੇ। ਉੱਤਮ ਆਂਗ ਇਹਦੇ ਅਰਥ ਕਰਾਂਗੇ, ਜਿਹੜੇ ਕੰਨੇ ਤੇ ਬਿੰਦੀ ਲੱਗੀ ਹੈ ਇਹਦਾ ਆੜੇ ਟਿੱਪੀ ਬਣ ਜੂਗੀ ਅੰਗ। ਉੱਤਮ ਅੰਗ, ਸਾਰੇ ਅੰਗ ਮਨੁੱਖ ਦੇ ਕਿੰਨੇ ਸੁੰਦਰ ਬਣਾਏ ਆ ਪਰਮੇਸ਼ਰ ਨੇ। ਉੱਤਮ ਅੰਗ ਪਰ ਸੁੰਦਰ ਕਰੇ, ਸਾਰੇ ਸੋਹਣੇ ਅੰਗ ਬਣਾ ਕੇ ਪਰਮੇਸ਼ਰ ਨੇ ਭੇਜੇ। ਅੰਤ ਅਦਕ ਰੂਪ ਕੇਸ਼ਨ ਤੇ ਧਰੇ। ਆ ਬੱਚੀਆਂ ਵੀ ਚਾਹੁੰਦੀਆਂ ਕਿ ਸਾਡੇ ਕੇਸ ਲੰਬੇ ਲੰਬੇ ਹੋਣ, ਸੋਹਣੇ ਲੱਗਦੇ ਹੈ। ਗੁਰਸਿੱਖ ਵੀ ਚਾਹੁੰਦਾ ਕਿ ਮੇਰੇ ਕੇਸ ਦਾੜਾ ਸੁੰਦਰ ਲੰਬਾ ਸੋਹਣਾ ਹੋਵੇ। ਇਹਦੇ ਨਾਲ ਤਾਂ ਸਰੀਰ ਦੀ ਹੋਰ ਵੀ ਸੁੰਦਰਤਾ ਵੱਧਦੀ ਹੈ। ਉਹ ਨੌ ਨਿਧ ਸੁਣ ਲਾ, ਕੇਸਾਂ ਨਾਲ ਤਾਂ ਬੰਦਾ ਬੜਾ ਸੋਹਣਾ ਲੱਗਦਾ ਹੈ। ਔਰ ਸਾਰੇ ਦੇਸ਼ਾਂ ਦੇ ਲੋਕਾਂ ਨੇ ਬੈਠ ਕੇ ਮੀਟਿੰਗ ਕੀਤੀ ਬਈ ਕਿਹੜੇ ਦੇਸ਼ ਦਾ ਮਨੁੱਖ ਸਭ ਤੋਂ ਸੋਹਣਾ ਹੈ। ਜੱਜਮੈਂਟ ਕੀਤੀ ਗਈ ਤੇ ਸਾਰਿਆਂ ਮਨੁੱਖਾਂ ਨੂੰ ਦੇਖਿਆ ਗਿਆ, ਵਾਰ-ਵਾਰ ਜੱਜਮੈਂਟ ਕੀਤੀ ਗਈ ਤੇ ਅਖੀਰ ਸਾਰੇ ਕਹਿੰਦੇ ਬਈ ਇੱਕੋ ਹੀ ਸੋਹਣਾ ਲੱਗਦਾ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਿਆ। ਕਹੋ ਸਤਨਾਮ। ਕਿਉਂਕਿ ਪਹਿਲਾਂ ਕੇਸ ਰੱਖਦੇ ਨਹੀਂ ਸੀ ਲੋਕ, ਸਤਿਗੁਰ ਰੱਖਣ ਦਾ ਹੁਕਮ ਦਿੱਤਾ। ਫਿਰ 6ਵੇਂ ਪਾਤਸ਼ਾਹ ਤੋਂ ਹੀ ਇਹ ਹੁਕਮ ਚੱਲ ਪਿਆ ਸੀਗਾ ਕਿ ਅੱਜ ਤੋਂ ਬਾਅਦ ਮੇਰਾ ਜਿਹੜਾ ਸਿੱਖ ਹੈ ਉਹ ਘੋੜ ਸਵਾਰੀ ਵੀ ਕਰੇਗਾ, ਦਸਤਾਰ ਵੀ ਬੰਨੇਗਾ, ਸ਼ਸਤਰ ਵੀ ਧਾਰਨ ਕਰੇਗਾ। ਕਿਉਂਕਿ ਪੁਰਾਣੇ ਸਮਿਆਂ ਦੇ ਰਾਜਿਆਂ ਨੇ, ਮੁਗਲਾਂ ਨੇ ਜਾਂ ਹਿੰਦੂ ਰਾਜਿਆਂ ਨੇ ਵੀ ਆਮ ਜਨਤਾ ਨੂੰ ਇਹ ਹੁਕਮ ਦਿੱਤਾ ਸੀਗਾ ਬਈ ਨਾ ਤੁਸੀਂ ਘੋੜੇ 'ਤੇ ਚੜ੍ਹ ਸਕਦੇ ਹੋ, ਨਾ ਪੱਗ ਬੰਨਣੀ ਆ, ਨਾ ਕੇਸ ਰੱਖਣੇ ਆ, ਤੁਸੀਂ ਘੋਨੇ ਮੋਨੇ ਰਹਿਣਾ। ਕਿਉਂਕਿ ਡਰਦੇ ਸੀਗੇ ਬਈ ਜਦੋਂ ਇਹ ਕੇਸ ਰੱਖਣ ਲੱਗ ਪਏ ਇਹਨਾਂ ਵਿੱਚ ਪਾਵਰ ਆ ਜਾਣੀ ਆ। ਕੋ ਸਤਰ ਅੱਜ ਦੀਆਂ ਸਰਕਾਰਾਂ ਵੀ ਸ਼ਾਇਦ ਇਸੇ ਕਰਕੇ ਡਰਦੀਆਂ, ਬੜਾ ਖਿਆਲ ਰੱਖਦੀਆਂ ਪੰਜਾਬ ਦੇ ਸਿੱਖਾਂ ਦਾ। ਕੋ ਸਤਨਾਮ। ਕਿਉਂਕਿ ਅਸਲ ਵਿੱਚ ਸਤਿਗੁਰ ਨੇ ਧੁਰੋਂ ਹੀ ਇਹ 'ਚ ਪਾਵਰ ਭਰੀ ਹੋਈ ਹੈ, ਇਹ ਆਪਣੀ ਭਰੀ ਹੋਈ ਪਾਵਰ ਨਹੀਂ। ਔਰ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਦੁਬਾਰਾ ਐਕਟੀਵੇਟ ਕੀਤਾ, ਦੁਬਾਰਾ ਚਾਲੂ ਕੀਤਾ, ਜਿਹੜੀ ਲੋਕਾਂ ਦੇ ਕੋਲੋਂ ਖਤਮ ਹੋ ਗਈ ਸੀ। ਗੁਰੂ ਪਿਆਰਿਓ ਪਾਵਰ, ਗੁਰੂ ਕਿਰਪਾ ਕਰਨ। ਮੇਰੇ ਪ੍ਰੀਤਮ ਜੀ ਕਹਿੰਦੇ ਨੌਨਿਧ ਖੱਤਰੀ ਦੇਖ, ਪਰਮੇਸ਼ਰ ਨੇ ਮਨੁੱਖ ਦੇ ਹਰ ਅੰਗ ਨੂੰ ਕਿੰਨਾ ਸੁੰਦਰ ਬਣਾਇਆ। ਤੇ ਜਦੋਂ ਇਹਦੇ ਕੇਸ ਦਾੜੇ ਆ ਜਾਂਦੇ ਨੇ, ਸ਼ਮਸ਼ ਚਿਹਰੇ 'ਤੇ, ਗੋਰੇ ਚਿਹਰੇ 'ਤੇ ਕਾਲੇ ਰੰਗ ਦੀ ਜਦੋਂ ਦਾੜੀ ਫੁੱਟਦੀ ਹੈ ਫਿਰ ਹੋਰ ਵੀ ਸੋਹਣਾ ਲੱਗਦਾ ਹੈ। ਤੇਨੇ ਮਡਾਏ ਵਿਚਾਰ ਬਹੀਨੇ, ਧਰਮ ਚਰਤਾ ਹਿਤ ਹਿਤ ਚੀਨੇ। ਔਰ ਵਿਚਾਰ ਬਹੀਨੇ, ਮੂਰਖ ਲੋਕਾਂ ਨੇ ਜਿਨ੍ਹਾਂ ਨੂੰ ਗਿਆਨ ਅਕਲ ਨਹੀਂ ਹੈ, ਵਿਚਾਰ ਨਹੀਂ ਹੈ, ਉਹਨਾਂ ਨੇ ਮਨਵਾ ਕਰਕੇ ਧਰਮ ਦੀ ਸੁੰਦਰਤਾ ਨੂੰ ਵੀ ਨਾਸ਼ ਕਰਤਾ ਔਰ ਆਪਣੀ ਪਾਵਰ ਨੂੰ ਵੀ ਖਤਮ ਕਰ ਲਿਆ ਜੀ। ਸਭ ਜਗ ਮੇ ਫੈਲੀ ਦੁਰਮਤੀ, ਕੋ ਹਟ ਸਕੇ ਰੀਤ ਪਿਖਿਆਤੀ। ਔਰ ਸਾਰੇ ਸੰਸਾਰ ਦੇ ਵਿੱਚ ਦੁਰਮਤ, ਮਾੜੀ ਮਤ ਫੈਲ ਚੁੱਕੀ ਹੈ। ਕੋ ਹਟ ਸਕੇ ਰੀਤ ਪਿਖ ਅਤੀ, ਇਸ ਰੀਤ ਨੂੰ ਵੇਖ ਕੇ ਕੌਣ ਹਟ ਸਕਦਾ। ਭਾਵ ਸਕੂਲਾਂ ਕਾਲਜਾਂ ਦੇ ਵਿੱਚ ਵੀ ਕੋਈ ਸਾਵਟ ਸੂਟ ਦਸਤਾਰਧਾਰੀ ਬੱਚਾ ਜਾਣ ਲੱਗ ਜੇ ਨਾ, ਬਹੁ ਗਿਣਤੀ ਹੁਣ ਮੋਨਿਆਂ ਘੋਨਿਆਂ ਦੀ ਹੁੰਦੀ ਆ ਕਲਾਸਾਂ ਦੇ ਵਿੱਚ ਜ਼ਿਆਦਾਤਰ। 10ਵੀਂ ਤੋਂ ਬਾਅਦ ਦੀ ਮੈਂ ਗੱਲ ਕਰਾਂ, ਜਦੋਂ ਕਾਲਜ ਵਿੱਚ ਬੱਚਾ ਜਾਂਦਾ ਹੈ ਤੇ ਜੇ ਕੋਈ ਉੱਥੇ ਕੇਸਾਧਾਰੀ ਜਾਣ ਲੱਗ ਪਏ, ਦਸਤਾਰ ਬੰਨ੍ਹਣ ਵਾਲਾ, ਤੇ ਦੂਜੇ ਮੁੰਡੇ ਉਹਨੂੰ ਬਾਬਾ ਜੀ ਕਹਿਣ ਲੱਗ ਜਾਂਦੇ ਆ ਜਾਣ ਬੁੱਝ ਕੇ। ਕਹੋ ਸਤਨਾਮ। ਔਰ ਉਹ ਕੋਸ਼ਿਸ਼ ਕਰਦੇ ਆ ਇਹ ਵੀ ਸਾਡੇ ਵਿੱਚ ਸਾਡੇ ਵਰਗਾ ਹੀ ਬਣ ਜਾਵੇ। ਜੇ ਗੁਰੂ ਦੀ ਕਿਰਪਾ ਹੋਵੇ ਤੇ ਉਹ ਬਚ ਜਾਂਦਾ ਹੈ, ਨਹੀਂ ਤਾਂ ਫਿਰ ਉਹਨਾਂ ਦਾ ਪ੍ਰਭਾਵ ਉਹਨਾਂ 'ਤੇ ਪੈ ਜਾਂਦਾ। ਪਾਤਸ਼ਾਹ ਕਹਿੰਦੇ ਐਸੀ ਮਾੜੀ ਰੀਤ ਜਿਹੜੀ ਦੁਨੀਆ ਵਿੱਚ ਫੈਲ ਚੁੱਕੀ ਹੈ, ਹੁਣ ਇਹ ਤੋਂ ਕੋਈ ਬਿਰਲਾ ਹੀ ਬਚੇਗਾ। ਇਸ ਬਿਦ ਕੇ ਸ਼ਲੋਕ ਰਚ ਰਾਖੇ, ਬੀਚ ਪੁਰਾਨ ਦਿਖਾਵਤ ਸਾਖੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੁਹਾਡੇ ਗ੍ਰੰਥਾਂ ਦੇ ਵਿੱਚ ਸ਼ਲੋਕ ਵੀ ਇੱਦਾਂ ਦੇ ਰਚੇ ਹੋਏ ਹਨ, ਪੁਰਾਣਾਂ ਨੂੰ
ਜੋ ਸਾਖੀ ਬਣਾਉਂਦੇ ਹਨ। ਪੂਰਬਲੀ ਨਹਿ ਰੀਤ ਵਿਚਾਰੈ ਕਿਸ ਦੇ ਜਾਇਤ ਜਿਤ ਵੀਰ ਸਿਰ ਧਾਰੈ। ਔਰ ਪੂਰਬਲੀ ਰੀਤ ਨੂੰ ਭੁੱਲ ਕੇ ਇਹਨਾਂ ਨੇ ਪੁਰਾਣਾਂ ਵਿੱਚ ਕਹਾਣੀਆਂ ਸਾਖੀਆਂ ਵੀ ਉਹੋ ਜਿਹੀਆਂ ਬਣਾ ਦਿੱਤੀਆਂ। ਪੂਰਬਲੀ ਰੀਤ ਭਾਵ ਜਦੋਂ ਪਹਿਲਾਂ ਸਾਰੇ ਕੇਸ ਹੁੰਦੇ ਸੀ ਉਹ ਗੱਲਾਂ ਨਹੀਂ ਲਿਖੀਆਂ, ਬਲਕਿ ਬ੍ਰਾਹਮਣਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਦਿੱਤੀਆਂ ਕਿ ਸ੍ਰੀ ਮੁਖ ਤੇ ਸੁਨ ਬਾਕ ਸੁਹਾਏ ਨੌ ਨਿਤ ਖੱਤਰੀ ਸੱਚ ਲਖ ਪਾਏ। ਔਰ ਪੁਰਾਤਨ ਗ੍ਰੰਥਾਂ ਨੂੰ ਪੜ੍ਹੋਗੇ ਤਾਂ ਸਾਨੂੰ ਉੱਥੋਂ ਪਤਾ ਲੱਗੇਗਾ ਕਿ ਜਿਹੜੇ ਪੁਰਾਣੇ ਬ੍ਰਾਹਮਣ ਜਾਂ ਰਿਸ਼ੀ ਮੁਨੀ ਹੁੰਦੇ ਸਨ ਉਹ ਜਟਾ ਝੂਠ ਹੁੰਦੇ ਸਨ। ਦੂਰ ਜਾਣ ਦੀ ਲੋੜ ਨਹੀਂ। ਜਦੋਂ ਇਹ ਰਾਸ ਲੀਲਾ ਜਾਂ ਰਾਮ ਲੀਲਾ ਕਰਦੇ ਆ, ਐਕਟਰ ਤਾਂ ਬੰਦੇ ਹੀ ਲੈਣੇ ਪੈਂਦੇ ਆ, ਅਤੇ ਜ਼ਿਆਦਾਤਰ ਐਕਟਿੰਗ ਕਰਨ ਵਾਲੇ ਕੋਨੇ ਮੋਨੇ ਹੁੰਦੇ ਆ, ਕਿਉਂਕਿ ਉਹ ਹਿੰਦੂ ਮੱਤ ਵਾਲੇ ਸਾਰੇ, ਉਹਨਾਂ ਨੂੰ ਉੱਥੋਂ ਹੀ ਬੰਦੇ ਲੈਣੇ ਆ। ਅਸੀਂ ਤਾਂ ਜਾ ਕੇ ਉਹਨਾਂ ਦੀ ਐਕਟਿੰਗ ਕਰਨੀ ਨਹੀਂ। ਕਹੋ ਸਤਨਾਮ ਸੀ। ਤੇ ਇਸ ਕਰਕੇ ਉਹਨਾਂ ਕੋਨਿਆਂ ਮੋਨਿਆਂ ਦੇ ਸਿਰ 'ਤੇ ਨਕਲੀ ਜੂੜੇ ਅਤੇ ਨਕਲੀ ਦਾੜ੍ਹੀਆਂ ਬਣਾ ਕੇ ਲਾਉਣੀਆਂ ਪੈਂਦੀਆਂ, ਕਿਉਂਕਿ ਉਹ ਪੇਸ਼ ਹੀ ਤਾਂ ਹੋਣਾ ਸੀਨ ਪੁਰਾਤਨ ਜੇ ਉਹੋ ਜਿਹੇ ਹੋਣਗੇ। ਇਹਦਾ ਮਤਲਬ ਪਹਿਲਾਂ ਆਰਾਮ ਦੇ ਕ੍ਰਿਸ਼ਨ ਦੇ ਆਦਿ ਉਹਨਾਂ ਦੇ ਕੇਸ ਹੁੰਦੇ ਹੋਣਗੇ। ਐਵੇਂ ਥੋੜ੍ਹਾ ਹੀ ਰੀਤ ਉਹ ਬਣਾਉਂਦੇ ਆ ਰਾਮਲੀਲਾ ਦੇ ਵਿੱਚ। ਤਾਂ ਉਹਨਾਂ ਨੂੰ ਸਾਰੇ ਸਣ ਦੇ ਬਣੇ ਹੋਏ ਜਾਂ ਕੇਸਾਂ ਦੇ ਬਣੇ ਹੋਏ ਜਿਹੜੇ ਨਕਲੀ ਹੁੰਦੇ ਆ, ਡੁਪਲੀਕੇਟ ਦਾੜੇ ਕੇਸ ਜੂੜੇ ਆਦਿ ਸਿਰ 'ਤੇ ਰੱਖਣੇ ਪੈਂਦੇ ਆ ਉਹ ਸੀਨ ਪੇਸ਼ ਕਰਨ ਵਾਸਤੇ। ਤਾਂ ਬਾਬਾ ਜੀ ਕਹਿੰਦੇ ਪੜ੍ਹ ਲਓ ਤੁਹਾਡੇ ਗ੍ਰੰਥਾਂ ਦੇ ਵਿੱਚ ਪੁਰਾਣੇ ਰਿਸ਼ੀ ਮੁਨੀ ਵੀ ਸਾਵਟ ਸੂਰਤ ਹੋਇਆ ਕਰਦੇ ਸੀ। ਧੰਨ ਧੰਨ ਗੁਰ ਕਹਿ ਕਰ ਨਮੋ ਆਪਣੇ ਕਰ ਗਮਨਿਓ ਤਹਿ ਸਮੋ। ਸ਼੍ਰੀ ਮੁਖ ਤੇ ਸੁਣ ਬਾਕ ਸੁਹਾਏ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਇਹ ਸੁੰਦਰ ਬਚਨ ਸੁਣ ਕਰਕੇ ਨੌ ਨਿਧ ਖੱਤਰੀ ਸੱਚ ਲਖ ਪਾਏ। ਸਮਝ ਗਿਆ ਵੀ ਗੱਲ ਗੁਰੂ ਸਾਹਿਬ ਦੀ ਬਿਲਕੁਲ ਸਹੀ ਹੈ। ਔਰ ਸਤਿਗੁਰਾਂ ਦੀ ਸਿਫਤ ਕਰਦਾ ਹੋਇਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨੋ ਤੁਸੀਂ ਵਾਕਿਆ ਮੇਰਾ ਦਿਮਾਗ ਖੋਲ੍ਹ ਦਿੱਤਾ। ਔਰ ਆਪਣੇ ਘਰ ਨੂੰ ਚਲਾ ਗਿਆ ਜੀ। ਪ੍ਰਭ ਜੀ ਬਸੇ ਆਗਰੇ ਮਾਹੀ ਦਰਸ਼ਨ ਹਿਤ ਆਵੇ ਇੱਕ ਜਾਹੀ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਆਗਰੇ ਦੇ ਬਾਹਰ ਬਾਗ ਵਿੱਚ ਉਤਾਰਾ ਕੀਤਾ ਹੋਇਆ ਹੈ। ਬਹਾਦਰ ਸ਼ਾਹ ਨੂੰ ਥੋੜ੍ਹਾ ਜਿਹਾ ਮਿਲੇ ਆ ਉਸ ਦੇ ਦਰਬਾਰ ਵਿੱਚ ਜਾ ਕੇ, ਔਰ ਬਹਾਦਰ ਸ਼ਾਹ ਨੇ ਪਿਆਰ ਸਤਿਕਾਰ ਵਿਖਾਇਆ ਔਰ ਧੰਨਵਾਦ ਕੀਤਾ। ਅਤੇ ਪਾਤਸ਼ਾਹ ਕਹਿੰਦੇ ਹੁਣ ਤੂੰ ਸਾਬਤ ਰਹੀਂ, ਭਾਵ ਜਿਹੜਾ ਬਚਨ ਕੀਤਾ ਉਹ ਨਾ ਮੁੱਕਰ ਜੀ ਕਿਤੇ। ਕਹੋ ਸਤਿਨਾਮ। ਜੇ ਤੂੰ ਸਾਡੀ ਉਹ ਬਚਨ ਮੰਨ ਲਏ ਤਾਂ ਜਿੰਨੀ ਤੇਰੀ ਉਮਰ ਹੈ ਤੈਨੂੰ ਓਨਾ ਚਿਰ ਰਾਜ ਦੇਵਾਂਗੇ, ਨਹੀਂ ਤਾਂ ਫਿਰ ਕੁਛ ਕਹਿ ਨਹੀਂ ਸਕਦੇ। ਕਹੋ ਸਤਿਨਾਮ। ਇਸ ਕਰਕੇ ਉਹਨੂੰ ਜਾਂਦੇ ਜਾਂਦੇ ਕਹਿ ਗਏ ਸੀ ਸਾਬਤ ਰਹੀਂ, ਭਾਵ ਗੱਲ ਯਾਦ ਰੱਖੀ। ਸੁੰਦਰ ਮੰਦਰ ਉਪਬਨ ਵਿਖੈ ਸਗਨ ਤਰੋਵਰ ਹਰੀਅਲ ਪਿਖੈ। ਔਰ ਬਾਗ ਦੇ ਵਿੱਚ ਮੰਦਰ ਭਾਵ ਇੱਕ ਮਕਾਨ ਵੀ ਬਣੇ ਹੋਏ ਆ ਜਿੱਥੇ ਸਤਿਗੁਰਾਂ ਦਾ ਉਤਾਰਾ ਕੀਤਾ ਹੋਇਆ ਹੈ। ਅਤੇ ਬਾਕੀ ਸਿੰਘ ਜਿਹੜੇ ਹਨ ਘੋੜਿਆਂ ਨੂੰ ਬਾਗ ਦੇ ਵਿੱਚ ਕਿਧਰੇ ਬੰਨ੍ਹ ਕਰਕੇ ਉਤਾਰੇ ਕੀਤੇ, ਅਲੱਗ ਅਲੱਗ ਉਤਰਨਾ ਕੀਤਾ ਜੀ। ਪੂਜਤ ਨਾਨਾ ਰੰਗ ਬਿਹੰਗ ਸ਼ੁਭਤ ਬਾਗ ਫਲ ਫੂਲਨ ਸੰਗ। ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਪੰਛੀ ਬਾਗ ਦੇ ਵਿੱਚ ਚਹਾਉਂਦੇ ਹਨ। ਔਰ ਰੰਗ ਬਰੰਗੇ ਫੁੱਲਾਂ ਫਲਾਂ ਵਾਲੇ ਪੌਦੇ ਸੁੰਦਰਤਾ ਨੂੰ ਵਧਾ ਰਹੇ ਹਨ। ਪਾਵਸ ਰਿਤ ਪਸਰੀ ਕਨ ਕੋਰ ਠੌਰ ਠੌਰ ਪਾ ਮੋਰਨ ਸ਼ੋਰ। ਔਰ ਹਾੜ ਦੇ ਮਹੀਨੇ ਵਿੱਚ ਪਾਤਸ਼ਾਹ ਇੱਥੇ ਪਹੁੰਚੇ ਆਗਰੇ 'ਚ, ਔਰ ਪਾਤਸ਼ਾਹ ਜੀ ਨੂੰ ਬੇਨਤੀ ਕਰਤੀ ਸੀ ਖਾਣਾ ਖਾਣ ਨੇ ਬਹਾਦਰ ਸ਼ਾਹ ਨੇ ਵੀ ਕਿ ਮਹਾਰਾਜ ਕੁਝ ਸਮਾਂ ਆ ਚੁਮਾਸਾ ਆ ਗਿਆ, ਮੀਂਹਾਂ ਦੀ ਰੁੱਤ ਆ ਗਈ ਆ, ਹਾੜ ਤੋਂ ਬਾਅਦ ਸੌਣ ਭਾਦੋਂ ਇਹ ਮੀਂਹਾਂ ਦੀ ਰੁੱਤ ਚੱਲ ਪੈਂਦੀ ਆ, ਇਸ ਕਰਕੇ ਸਾਡੇ ਕੋਲ ਰੁਕਣਾ ਕਰੋ। ਤਾਂ ਸਤਿਗੁਰੂ ਪਾਤਸ਼ਾਹ ਨੇ ਵੀ ਸੋਚਿਆ ਵੀ ਚਲੋ ਠੀਕ ਹੈ ਇੱਥੇ ਮੀਂਹਾਂ ਦੀ ਰੁੱਤ ਨੂੰ ਕੱਟਦੇ ਆ। ਭਾਵ ਮੀਂਹਾਂ ਦੀ ਰੁੱਤ ਨੂੰ, ਵਰਖਾ ਦੀ ਰੁੱਤ ਨੂੰ ਦੇਖ ਕੇ ਸਤਿਗੁਰੂ ਇੱਥੇ ਰੁਕ ਗਏ। ਘਨ ਘੋਰ ਆਕਾਸ਼ਾਂ ਵਿੱਚ ਬੱਦਲ ਆਉਂਦੇ ਹੈ, ਧਰਤੀ 'ਤੇ ਪਸ਼ੂ ਪੰਛੀ ਬੜੇ ਖੁਸ਼ ਹਨ, ਮੋਰ ਪਹਿਲਾਂ ਪਾਉਂਦੇ ਐ। ਸਿੱਧ ਪਰ ਪੁਲਤ ਪਈ ਜਲ ਪਰਕੈ ਨਿਕਸੋ ਬਹਿਰ ਸਰੋਵਰ ਭਰਕੈ। ਔਰ ਪਾਣੀ ਮੀਂਹ ਵਰਸਣ ਦੇ ਨਾਲ ਧਰਤੀ ਹਰਿਆਲੀ ਹੋ ਗਈ ਹੈ, ਹਰਾ ਭਰਾ ਘਾਹ ਉਗ ਰਿਹਾ ਹੈ। ਔਰ ਜਿਹੜੇ ਟੋਭੇ ਸਰੋਵਰ ਆਦਿ ਸਨ ਪਾਣੀ ਦੇ ਸਰੋਤ ਉਹ ਨੱਕੋ ਨੱਕ ਭਰ ਕੇ ਬਾਹਰ ਵਧੇ ਹਨ। ਵੇਗ ਗਾਮਨੀ ਸਲਤਾ ਹੋਏ ਤਪਤ ਹਤੀ ਸੀਤਲ ਸਭ ਕੋਏ। ਔਰ ਜਿਹੜੀ ਜਮਨਾ ਨਦੀ ਕੋਲੋਂ ਵਹਿੰਦੀ ਆ ਉੱਥੋਂ ਦੀ ਉਹ ਵੀ ਕਹਿੰਦੇ ਕਿਨਾਰਿਆਂ ਤੱਕ ਭਰ ਕੇ ਵਗਣ ਲੱਗੀ ਆ। ਹਾੜ ਜੇਠ ਹਾੜ ਦੀ ਗਰਮੀ ਖਤਮ ਹੋ ਗਈ ਹੈ
ਠੰਡ ਵਰਤ ਗਈ ਆ ਮੀਂਹ ਕਰਕੇ। बरसे बाग में गुरु चुमासा सिख संगत की पूर्वत आसा। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਚੁਮਾਸੇ ਦੇ ਮਹੀਨੇ ਜਿਹੜੇ ਹਨ, ਚੁਮਾਸੇ ਦੀ ਰੁੱਤ ਹੈ ਜਿਹੜੀ ਇੱਥੇ ਬਤੀਤ ਕੀਤੀ ਆ। ਔਰ ਸੰਗਤਾਂ ਨੇ ਆਗਰਾ, ਦਿੱਲੀ, ਹੋਰ ਨੇੜੇ ਨੇੜੇ ਇਲਾਕੇ ਦੀਆਂ ਸੰਗਤਾਂ ਜਿਵੇਂ ਜਿਵੇਂ ਪਤਾ ਲੱਗ ਰਿਹਾ ਸਤਿਗੁਰ ਦੇ ਦਰਸ਼ਨਾਂ ਦਾ ਲਾਹਾ ਲੈਂਦੇ ਹਨ। कब कब मेल शाहो सो बने कब संतोख सिंह सो अपने। ਔਰ ਕਦੇ ਕਦੇ ਸਤਿਗੁਰਾਂ ਦਾ ਬਹਾਦਰ ਸ਼ਾਹ ਨਾਲ ਵੀ ਮੇਲ ਮਿਲਾਪ ਹੋ ਜਾਂਦਾ ਹੈ। ਭਾਈ ਸੰਤੋਖ ਸਿੰਘ ਜੀ ਅੱਗੇ ਦੱਸਦੇ ਹਨ ਦੋਹਰਾ। एक दिन मैं तर पावनी अपनो भलो पछान। ਤਾਂ ਇੱਕ ਦਿਨ ਖਾਨਾ ਖਾਨ, ਭਾਵ ਇਹ ਪਠਾਨ ਹੈ, ਖਾਨਾ ਖਾਨ ਜਿਹਦੇ ਨਾਲ ਪਹਿਲਾਂ ਮਿਲਾਪ ਹੋਇਆ ਸਤਿਗੁਰ ਦਾ, ਇਹ ਆਪ ਦੀ ਗੱਲ ਕਰਦਾ। ਕਹਿੰਦਾ ਇੱਕ ਦਿਨ ਮੈਂ ਭਾਵਨਾ ਧਾਰ ਕੇ ਆਪਣੇ ਭਲੇ ਲਈ दीन खाना खान पियो गुरपग बंधन ठान। ਉਹ ਖਾਨਾ ਖਾਨ ਪਠਾਨ ਬੜਾ ਹੀ ਨਿਮਾਣਾ ਹੋ ਕੇ, ਹੰਕਾਰ ਰਹਿਤ ਹੋ ਕੇ ਸਤਿਗੁਰ ਦੇ ਚਰਨ ਕਮਲਾਂ 'ਚ ਮੱਥਾ ਟੇਕਦਾ ਹੈ। चौबई सभा स्थान जहाँ बनवायो ले सतगुर को संग सिधायो। ਔਰ ਇਸ ਨੇ ਵੀ ਸਤਿਗੁਰ ਨੂੰ ਬੇਨਤੀ ਕੀਤੀ ਸੀ ਕਿ ਚਮਾਸਾ ਸਾਡੇ ਇਲਾਕੇ 'ਚ ਕੱਟ ਲਓ। ਇਸ ਨੇ ਇੱਕ ਦੀਵਾਨ ਲਾਉਣ ਵਾਸਤੇ ਸੁੰਦਰ ਬਿਲਡਿੰਗ ਤਿਆਰ ਕਰਵਾਈ ਆ ਤੇ ਆ ਕੇ ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ। गुर पावन पावन को करे पावन कर मेरो जब फिरे। ਇਸ ਭਾਵਨਾ ਦੇ ਨਾਲ ਕਿ ਜਦੋਂ ਪਵਿੱਤਰ ਸਤਿਗੁਰਾਂ ਦੇ ਪਵਿੱਤਰ ਚਰਨ ਮੇਰੇ ਘਰ ਵਿੱਚ ਪੈ ਜਾਣਗੇ ਤੇ ਮੇਰਾ ਘਰ ਵੀ ਪਵਿੱਤਰ ਹੋ ਜਾਵੇਗਾ। आस्त्रण सुंदर बिछवाए सात सातर सतगुर तहाँ बिठाए। ਔਰ ਉਸ ਬਿਲਡਿੰਗ ਦੇ ਵਿੱਚ ਸੁੰਦਰ ਪਲੰਘਾਂ ਲਾਇਆ, ਅਸਤਰ ਹੁੰਦੇ ਆ, ਵਸਤਰ, ਸੁੰਦਰ ਚਿੱਟੇ ਵਸਤਰ ਉਸ ਦੇ ਉੱਪਰ ਵਿਛਾਈ ਕੀਤੀ ਹੈ। ਸਤਿਗੁਰਾਂ ਨੂੰ ਉੱਪਰ ਸਤਿਕਾਰ ਸਹਿਤ ਬਿਠਾਉਣਾ ਕੀਤਾ ਹੈ ਜੀ। अनक कोर जोर कर दीना बिनती कीन होए मन दीना। ਔਰ ਫੇਰ ਦੋਨੇ ਹੱਥ ਬੰਨ ਕੇ ਸਾਹਮਣੇ ਖੜ ਕੇ ਨਮਸਕਾਰ ਕਰਦਾ ਹੈ, ਦੋਨੇ ਹੱਥ ਬੰਨ ਕੇ ਬੇਨਤੀਆਂ ਕਰਦਾ, ਨਿਮਾਣਾ ਬਣ ਕੇ। श्री प्रभ सो प्रसन्न बहु पाए खुशी करी सगरे सुख दए। ਔਰ ਇਸ ਦਾ ਨਿਮਰਤਾ ਵਾਲਾ ਸੁਭਾਅ ਦੇਖ ਕੇ ਸਤਿਗੁਰੂ ਬੜੇ ਖੁਸ਼ ਹੋਏ ਇਸ ਤੇ। प्रथम खान खाना जो पे हो अकबर के मातुल ते जियो। ਇੱਥੇ ਥੋੜੀ ਗੱਲ ਕਲੀਅਰ ਕਰਨ ਵਾਸਤੇ ਸੰਤੋਖ ਸਿੰਘ ਕਵੀ ਕਹਿੰਦੇ ਖਾਨਾ ਖਾਨ ਬਾਦਸ਼ਾਹ ਅਕਬਰ ਦਾ ਮਾਮਾ ਹੋਇਆ, ਇਹ ਉਹ ਨਹੀਂ ਹੈਗਾ, ਇਹ ਹੋਰ ਹੈ ਖਾਨਾ ਖਾਨ। बहु नेकी जग बिखे कमाए तुम पे इसते समता पाए। ਧੰਨ ਗੁਰੂ ਗੋਬਿੰਦ ਸਿੰਘ ਜੀ ਉਸ ਖਾਨਾ ਖਾਨ ਦੀ ਉਦਾਹਰਨ ਦੇ ਕੇ ਇਸ ਖਾਨਾ ਖਾਨ ਪਠਾਨ ਨੂੰ ਕਹਿੰਦੇ ਆ ਤੂੰ ਵਾਕਿਆ ਹੀ ਉਸ ਬਾਦਸ਼ਾਹ ਅਕਬਰ ਦੇ ਮਾਮੇ ਵਰਗਾ ਨਿਕਲਿਆ ਹੈ, ਉਹ ਵੀ ਤੇਰੇ ਵਰਗਾ ਨੇਕ ਬੰਦਾ ਹੋਇਆ। मुदत प्यो सुन के गुर बैन हीरत है स्वरूप भर नैन। ਔਰ ਬੜਾ ਖੁਸ਼ ਹੋਇਆ ਸਤਿਗੁਰਾਂ ਦੇ ਬਚਨ ਸੁਣ ਕੇ। सुमत तुर्क बैठे सुमदाया काजी मुला दक तिस थाया। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਦੇ ਵਿੱਚ ਸਿਆਣੇ ਮੁਸਲਮਾਨ, ਤੁਰਕ, ਕਾਜੀ, ਮੁਲਾਣੇ ਆਦि ਬੈਠੇ ਹਨ। घर शमशीर गुरु शमशीरा बैठे बिच सब कीर बडेरा। ਮੇਰੇ ਪ੍ਰੀਤਮ ਆਪਣੇ ਸਿੰਘਾਸਨ ਦੇ ਉੱਪਰ ਗਲ ਵਿੱਚ ਸ਼ਮਸ਼ੇਰ 3 ਫੁੱਟੀ ਸ੍ਰੀ ਸਾਹਿਬ ਪਹਿਨੀ, ਸ਼ੇਰ ਵਰਗਾ ਚੜ੍ਹਦੀ ਕਲਾ ਦਾ ਜਾਹੋ ਜਲਾਲ ਵਾਲਾ ਸਰੂਪ ਲੈ ਕੇ ਬਿਰਾਜਮਾਨ ਹਨ। ਸਾਰਿਆਂ ਦੇ ਵਿੱਚ ਬੈਠੇ ਸੋਭਦੇ ਹਨ। दर से निज निज गरीब निभावे जो बूझे उत्तर फरमावे। ਔਰ ਸਾਰੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ, ਬਚਨ ਕਰਦੇ ਹਨ। ਸਤਿਗੁਰੂ ਉਹਨਾਂ ਦੀ ਤਸੱਲੀ ਕਰਦੇ ਐ। सतगुर की विशाल बड़ियाई दुष्ट नरण ते जरी न जाए। ਉਹ ਸਤਿਗੁਰਾਂ ਦੀ ਇਹ ਮਹਿਮਾ ਏ ਜਾਹੋ ਜਲਾਲ, ਦੁਸ਼ਟਾਂ ਤੋਂ ਜਿਵੇਂ ਸੂਰਜ ਦਾ ਚੜ੍ਹਨਾ ਉੱਲੂ ਨੂੰ ਚੰਗਾ ਨਹੀਂ ਲੱਗਦਾ, ਇਸੇ ਤਰ੍ਹਾਂ ਨਹੀਂ ਜਰਿਆ ਜਾਂਦਾ। एक सरहंद को स्याद बीच बिक प्रभ को खुन स्यो मत नीच। ਇੱਕ ਸਰਹੰਦ ਦਾ ਸਾਜਿਦ ਹੋਇਆ ਹੈ, ਇਹ ਸਤਿਗੁਰਾਂ ਦੀ ਮਹਿਮਾ ਨੂੰ ਦੇਖ ਕੇ ਬੜੀ ਈਰਖਾ ਕਰਦਾ ਸੀ। कहो ताही तो महिंदन पीरा सब मानत है जान गहीरा। ਵਿਚਾਰਾ ਇੱਥੇ ਰੁਕਦੇ ਆ, ਸਮਾਂ ਸਮਾਪਤੀ ਤੇ ਜਾ ਰਿਹਾ ਨੇ। ਕੋਈ ਗੱਲ ਚਲਾਈ ਹੈ ਸਤਿਗੁਰਾਂ ਦੇ ਨਾਲ, ਸਤਿਗੁਰੂ ਉਸ ਗੱਲ ਦਾ ਕੀ ਜਵਾਬ ਦਿੰਦੇ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਕਹਿਣ ਲੱਗੇ ਆ ਮਹਾਰਾਜ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਦੇ ਪੀਰ ਕਹਾਉਂਦੇ ਹੋ,
ਔਰ ਸਾਰੇ ਸੋਨੂੰ ਮੰਨਦੇ ਹਨ। करामात कछ राखत हो किदो नहीं बल शोभित कहो। ਕੀ ਤੁਹਾਡੇ ਵਿੱਚ ਕੋਈ ਕਰਾਮਾਤੀ ਸ਼ਕਤੀ ਵੀ ਹੈ ਕਿ ਨਹੀਂ? ਜੇ ਹੈ ਤਾਂ ਵਿਖਾਓ। चित चाहत हम निर्णय करियो जैके तुमरो सो जस बिथरियो। ਤੁਹਾਡੀ ਐਨੀ ਸਿਫਤ ਕਿਉਂ ਹੁੰਦੀ ਹੈ? ਕੋਈ ਕਰਾਮਾਤ ਵੀ ਹੈ ਕਿ ਐਵੇਂ ਕਰੀ ਜਾਂਦੀ ਹੈ? ਸਾਨੂੰ ਦਿਖਾਓ। ਤੇ ਪਾਤਸ਼ਾਹ ਕੀ ਕਰਾਮਾਤ ਵਿਖਾਉਂਦੇ ਆ, ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास हे पूरन हे सर्व पंजन गुणतास हे संगी हे निरंकार हे निर्गुण सब टीक हे गोविंद हे गुण निधान जाके सदा विवेक हे अपरंपर हर हरे पी हो बनहार हे संत के सदा संग आधार हे ठाकुर हों दासरो निर्गुण गुण नहीं कोई नानक दीजै नाम दान परोए आए प्रभ शरणागति कृपा नित दयाल एक अखर हर मन बसत नानक होत निहाल एक अंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए वाहिगुरु जी का खालसा वाहिगुरु जी की फतेह। बहुत बहुत धन्यवाद। ਸਰਬਤ